ਅਸੀਂ ਅਧਿਐਨ ਕੀਤਾ ਸੀ ਕਿ ਮਸੀਹ 'ਚ ਆਉਣ ਤੋਂ ਪਹਿਲਾਂ ਜਾਂ ਮਸੀਹ ਤੋਂ ਜਦੋਂ ਅਸੀਂ ਬਾਹਰ ਸੀ, ਮਸੀਹ ਤੋਂ ਦੂਰ ਸੀ, ਤਾਂ ਅਸੀਂ ਕੀ ਸੀ? ਕੀ ਸੀ ਅਸੀਂ? ਅਸੀਂ ਖੋਏ ਹੋਏ ਸੀ, ਅਸੀਂ ਪਾਪੀ ਸੀ, ਅਸੀਂ ਸ਼ੈਤਾਨ ਦੇ ਬੱਚੇ ਸੀ, ਅਸੀਂ ਦੋਸ਼ੀ ਸੀ। ਹੋਰ ਵੀ ਬਹੁਤ ਸਾਰੀ ਚੀਜ਼ਾਂ ਹਨ, ਹੋਰ ਵੀ ਬਹੁਤ ਕੁਝ ਅਸੀਂ ਪਰਮੇਸ਼ਰ ਦੇ ਵਚਨ 'ਚੋਂ ਸਿੱਖ ਸਕਦੇ ਹਾਂ, ਲੇਕਿਨ ਇਹਨਾਂ ਦਿਨਾਂ ਦੇ ਵਿੱਚ ਅਸੀਂ ਮੁੱਖ ਗੱਲਾਂ 'ਤੇ ਧਿਆਨ ਕਰਾਂਗੇ। ਸੋ ਧੰਨਵਾਦ ਆ ਪ੍ਰਭੂ ਦਾ ਕਿ ਅਸੀਂ ਖੋਏ ਹੋਏ ਸੀ, ਉਹਨੇ ਸਾਨੂੰ ਕੀ ਕਰ ਲਿਆ? ਲੱਭ ਲਿਆ। ਉਹਨੇ ਸਾਨੂੰ ਕੀ ਕਰ ਲਿਆ? ਲੱਭ ਲਿਆ। ਲੱਭ ਲਿਆ ਤਾਂ ਕਿ ਉਸੇ ਦੇ ਨਾਲ ਚੱਲੀਏ, ਉਹਦੇ ਪਿੱਛੇ ਚੱਲੀਏ। ਤੇ ਹੁਣ ਅਸੀਂ ਦੂਜੀਆਂ ਭੇਡਾਂ ਨੂੰ ਜਨਮ ਦਈਏ। ਉਹਨੇ ਸਾਨੂੰ ਲੱਭ ਲਿਆ ਤਾਂ ਕਿ ਅਸੀਂ ਆਤਮਿਕ ਤੌਰ ਤੇ ਤੰਦਰੁਸਤ ਰਹੀਏ, ਸਾਡਾ ਆਤਮਾ ਮਜ਼ਬੂਤ ਹੋਵੇ, ਵਚਨ ਦੇ ਦੁਆਰਾ, ਉਹਦੀ ਹਜ਼ੂਰੀ ਦੇ ਦੁਆਰਾ, ਸੰਗਤ 'ਚ ਲਗਾਤਾਰ ਬਣੇ ਰਹਿਣ ਦੇ ਦੁਆਰਾ, ਹਰ ਰੋਜ਼ ਪ੍ਰਭੂ ਦੇ ਨਾਲ ਸਮਾਂ ਗੁਜ਼ਾਰਨ ਦੇ ਦੁਆਰਾ, ਵਿਸ਼ਵਾਸ ਪਰਮੇਸ਼ਰ ਦੇ ਵਚਨ ਦੇ ਉੱਤੇ ਵਿਸ਼ਵਾਸ ਕਰਨ ਦੇ ਦੁਆਰਾ ਅਸੀਂ ਮਜ਼ਬੂਤ ਹੋਈਏ, ਸਾਡਾ ਆਤਮਾ ਮਜ਼ਬੂਤ ਹੋਵੇ, ਸਾਡਾ ਮਨ ਹਰ ਰੋਜ਼ ਬਦਲਦਾ ਜਾਵੇ ਪਰਮੇਸ਼ਰ ਦੇ ਵਚਨ ਦੇ ਦੁਆਰਾ, ਅਸੀਂ ਤੰਦਰੁਸਤ ਰਹੀਏ, ਤਾਂ ਕਿ ਇਸ ਤੰਦਰੁਸਤ ਸਰੀਰ ਨੂੰ ਅਸੀਂ ਪ੍ਰਭੂ ਦੀ ਸੇਵਾ ਦੇ ਲਈ, ਪ੍ਰਭੂ ਦੀ ਮਹਿਮਾ ਦੇ ਲਈ ਇਸਤੇਮਾਲ ਕਰੀਏ। ਬਿਮਾਰ ਭੇਡਾਂ, ਬੱਚਿਆਂ ਨੂੰ ਜਨਮ ਦੇਣਾ ਉਹਨਾਂ ਦੇ ਲਈ ਔਖਾ ਹੁੰਦਾ। ਤੰਦਰੁਸਤ ਭੇਡਾਂ ਬੱਚਿਆਂ ਨੂੰ ਜਨਮ ਦਿੰਦੀਆਂ ਨੇ। ਤੁਸੀਂ ਤੰਦਰੁਸਤ ਹੋ ਤਾਂ ਪਰਮੇਸ਼ਰ ਆਪਣੇ ਰਾਜ ਦੇ ਵਿੱਚ ਦੂਜੀਆਂ ਭੇਡਾਂ ਨੂੰ ਜਨਮ ਦੇਣ ਦੇ ਲਈ ਇਸਤੇਮਾਲ ਕਰਨਾ ਚਾਹੁੰਦਾ ਹੈ। ਦੂਜੀ ਗੱਲ, ਜਿਹੜੀ ਕੋਈ ਖੋਈ ਹੋਈ ਭੇਡ ਹੈ, ਤੁਹਾਨੂੰ ਇਸਤੇਮਾਲ ਕਰਨਾ ਚਾਹੁੰਦਾ ਹੈ ਤਾਂ ਕਿ ਤੁਸੀਂ ਉਹਨਾਂ ਨੂੰ ਲੱਭ ਲਓ, ਪਰਮੇਸ਼ਰ ਦੇ ਰਾਜ 'ਚ ਲਿਆਓ, ਸੰਗਤ 'ਚ ਲਿਆਓ, ਪ੍ਰਾਰਥਨਾ ਕਰੋ ਉਹਨਾਂ ਦੇ ਲਈ, ਪਰਮੇਸ਼ਰ ਦਾ ਵਚਨ ਵੰਡੋ, ਸਮਾਂ ਦੇਵੋ, ਪਰਮੇਸ਼ਰ ਦੀਆਂ ਆਸ਼ੀਸ਼ਾਂ ਵੰਡੋ, ਉਹਨਾਂ ਨੂੰ ਜਿੱਤਣ ਦੇ ਲਈ, ਤਾਂ ਕਿ ਖੋਈਆਂ ਹੋਈਆਂ ਭੇਡਾਂ ਝੁੰਡ ਵਿੱਚ ਆ ਜਾਣ। ਤੁਹਾਡੇ ਗੁਆਂਢ 'ਚ ਕਿਹੜੀਆਂ ਭੇਡਾਂ ਖੋਈਆਂ ਹੋਈਆਂ ਨੇ? ਜਿਨ੍ਹਾਂ ਨੇ ਕਦੇ ਵਿਸ਼ਵਾਸ ਕੀਤਾ ਸੀ, ਕਦੇ ਪ੍ਰਭੂ ਦੇ ਪਿੱਛੇ ਚੱਲਦੇ ਸੀ, ਹੁਣ ਖੋ ਗਏ ਨੇ। ਪ੍ਰਭੂ ਤੋਂ ਉਹਨਾਂ ਦੇ ਲਈ ਤਰਸ ਮੰਗੀਏ, ਦਇਆ ਮੰਗੀਏ। ਪ੍ਰਭੂ ਨੂੰ ਆਖੀਏ, ਪ੍ਰਭੂ ਮੇਰੇ ਅੰਦਰ ਉਹਨਾਂ ਦੇ ਲਈ, ਮੇਰੀ ਆਤਮਾ ਦੇ ਵਿੱਚ ਉਹਨਾਂ ਦੇ ਲਈ ਤਰਸ ਭਰ ਦੇ। ਮੈਂ ਤਰਸ ਦੇ ਨਾਲ ਉਹਨਾਂ ਦੇ ਲਈ ਪ੍ਰਾਰਥਨਾ ਕਰਾਂ, ਵਿਸ਼ਵਾਸ ਦੇ ਨਾਲ ਉਹਨਾਂ ਦੇ ਲਈ ਪ੍ਰਾਰਥਨਾ ਕਰਾਂ। ਮੈਂ ਦੁੱਖ ਆਤਮਾ ਦੇ ਵਿੱਚ ਪੀੜਾ ਸਹਿ ਕੇ ਉਹਨਾਂ ਦੇ ਲਈ ਪ੍ਰਾਰਥਨਾ ਕਰਾਂ। ਪੌਲੁਸ ਕਹਿੰਦਾ ਹੈ, ਜਦ ਤੱਕ ਤੁਹਾਡੇ ਅੰਦਰ ਮਸੀਹ ਰੂਪ ਨਾ ਫੜ ਲਵੇ, ਮਸੀਹ ਦਿਖਣ ਨਾ ਲੱਗ ਜਾਵੇ, ਮਸੀਹ ਜਿਹੜਾ ਹੈ ਤੁਹਾਡੀ ਜ਼ਿੰਦਗੀ ਤੇ ਤੁਹਾਡੀ ਜ਼ਿੰਦਗੀ ਨੂੰ ਆਪਣੇ ਅਧੀਨ ਕਰਕੇ ਨਾ ਚਲਾਉਣ ਲੱਗੇ, ਉਦੋਂ ਤੱਕ ਮੈਨੂੰ ਪੀੜਾਂ ਲੱਗੀਆਂ ਨੇ। ਪੀੜਾਂ ਲੱਗੀਆਂ ਨੇ ਮੈਨੂੰ। ਇਹ ਪੀੜਾ ਆਤਮਾ ਦੇ ਵਿੱਚ ਹੈ। ਇਹ ਤਿਆਰ ਹਾਂ ਸੀ ਪ੍ਰਭੂ ਨੂੰ ਕਹਿਣ ਦੇ ਲਈ, ਪ੍ਰਭੂ ਮੇਰੀ ਆਤਮਾ ਦੇ ਵਿੱਚ ਪੀੜਾ ਭਰ ਦੇ, ਰੂਹਾਂ ਦੇ ਲਈ ਜੋ ਖੋਈਆਂ ਨੇ, ਤੂੰ ਮੈਨੂੰ ਲੱਭ ਲਿਆ। ਜਿਹੜੀਆਂ ਰੂਹਾਂ ਖੋਈਆਂ ਨੇ, ਮੈਂ ਉਹਨਾਂ ਨੂੰ ਤੇਰੇ ਰਾਹ 'ਚ ਲਿਆਉਣਾ ਚਾਹੁੰਦਾ। ਬੜੀ ਖੁਸ਼ੀ ਹੁੰਦੀ ਹੈ ਜਦੋਂ ਇਸ ਚਰਚ ਦੇ ਵਿਸ਼ਵਾਸੀ ਕਿਸੇ ਨਾ ਕਿਸੇ ਰੂਹ ਨੂੰ ਲਿਆਉਂਦੇ ਨੇ। ਤੁਹਾਡੇ 'ਚੋਂ ਕਈ ਨੇ ਜਦੋਂ ਦੇ ਤੁਸੀਂ ਆਏ ਹੋ, ਕਿਸੇ ਨਾ ਕਿਸੇ ਰੂਹ ਨੂੰ ਤੁਸੀਂ ਲਿਆਏ ਹੋ। ਜੇ ਪਿਛਲੇ ਦਿਨਾਂ 'ਚ ਲਿਆਂਦੇ ਸੀ, ਅੱਜ ਕੱਲ੍ਹ ਨਹੀਂ ਲਿਆ ਰਹੇ, ਫਿਰ ਲਿਆ ਸਕਦੇ ਹੋ। ਇਹਨਾਂ ਦਿਨਾਂ ਦੇ ਵਿੱਚ ਭਵਿੱਖ ਵਿੱਚ ਵੀ ਲਿਆ ਸਕਦੇ ਹੋ। ਜੇ ਤੁਸੀਂ ਨਹੀਂ ਲਿਆਂਦੀ ਤਾਂ ਪ੍ਰਭੂ ਤੋਂ ਮੰਗੋ, ਪ੍ਰਭੂ ਤੁਹਾਡੀ ਸਹਾਇਤਾ ਕਰੇਗਾ। ਗੁਰਜੀਤ ਦੇ ਪਰਿਵਾਰ ਦੇ ਲਈ ਧੰਨਵਾਦ ਦਿੰਦੇ ਹਾਂ। ਇਹ ਨਵੀਆਂ ਰੂਹਾਂ ਨੂੰ ਪਿਛਲੇ ਹਫ਼ਤੇ ਵੀ, ਅੱਜ ਵੀ ਉਹ ਆਏ ਨੇ। ਧੰਨਵਾਦ ਹੈ, ਬੜੀ ਖੁਸ਼ੀ ਹੈ ਉਹਨਾਂ ਦੇ ਲਈ ਨਾ। ਬੇਟਾ ਪਿਛਲੀ ਵਾਰ ਆਇਆ ਸੀ, ਅੱਜ ਉਹਦੀ ਮੇਰੇ ਕੋਲ ਕੌਣ ਆਈ ਹੈ ਉਹਨਾਂ ਨੂੰ? ਕੌਣ ਹੈ ਨਾਲ? ਉਹਨਾਂ
ਅੱਛਾ, ਨਾਲ ਉਹਨਾਂ ਦੀ ਸਿਸਟਰ ਵੀ ਆਈ ਹੈ, ਜਿਹੜਾ ਬੇਟਾ ਬਾਹਰ ਆਇਆ ਸੀ। ਪਰਮੇਸ਼ਰ ਧੰਨਵਾਦ ਹੈ ਕਿ ਸੋ ਅੱਛੀ ਮਿਸਾਲ ਹੈ ਸਾਡੇ ਲਈ, ਇੱਕ ਦੂਜੇ ਤੋਂ ਸਿੱਖ ਸਕਦੇ ਹਾਂ, ਇੱਕ ਦੂਜੇ ਤੋਂ ਉਤਸ਼ਾਹਿਤ ਹੋਈਏ। ਪ੍ਰਭੂ ਆਖੇ, ਪ੍ਰਭੂ ਮੈਂ ਤੇਰਾ ਧੰਨਵਾਦ ਕਰਦਾ ਉਸ ਪਰਿਵਾਰ ਦੇ ਦੁਆਰਾ ਨਵੀਆਂ ਰੂਹਾਂ ਲਿਆਂਦੀਆਂ, ਮੇਰੇ ਦੁਆਰਾ ਵੀ ਨਵੀਆਂ ਰੂਹਾਂ ਤੇਰੇ ਰਾਹ ਚ ਲਿਆਵਾਂ। ਪਾਪੀ ਸੀ, ਪਾਪ ਦੇ ਕਾਰਨ ਪਰਮੇਸ਼ਰ ਦੇ ਦੁਸ਼ਮਣ ਸੀ, ਬਦਬੂ ਵਾਲੀ ਜ਼ਿੰਦਗੀ ਸੀ, ਸੜੀ ਹੋਈ ਜ਼ਿੰਦਗੀ। ਸਾਡੇ ਜੀਵਨ 'ਚ ਪਾਪ ਦੀ ਬੂ ਆਉਂਦੀ ਸੀ, ਸੜਾਹਟ, ਘਮੰਡ ਦੇ ਨਾਲ, ਗੁੱਸੇ ਦੇ ਨਾਲ, ਲਾਲਚ ਦੇ ਨਾਲ ਭਰੇ ਹੋਏ ਸੀ। ਅਸੀਂ ਮੂਰਤੀ ਪੂਜਾ ਦੇ ਵਿੱਚ ਗਿਰੇ ਹੋਏ ਸੀ, ਪਾਪੀ ਸੀ, ਪਰਮੇਸ਼ਰ ਦੀ ਜ਼ਿੰਦਗੀ ਤੋਂ ਦੂਰ ਸੀ, ਪਰਮੇਸ਼ਰ ਨਾਲ ਸੰਗਤ ਤੋਂ ਦੂਰ ਸੀ। ਉਸਨੇ ਮੌਤ ਸਾਡੀ ਮਜ਼ਦੂਰੀ ਸੀ। ਤਿੰਨ ਤਰ੍ਹਾਂ ਦੀ ਮੌਤ, ਤਿੰਨੋਂ ਤਰ੍ਹਾਂ ਦੀ ਮੌਤ ਦੇ ਅਸੀਂ ਭਾਗੀ ਸੀ। ਧੰਨਵਾਦ, ਉਹਨੇ ਸਾਡੇ ਪਾਪਾਂ ਨੂੰ ਮਾਫ ਕੀਤਾ। ਕਿਵੇਂ ਕੀਤਾ? ਸਾਡੇ ਪਾਪਾਂ ਨੂੰ ਆਪਣੇ ਉੱਤੇ ਚੱਕਣ ਦੇ ਦੁਆਰਾ। ਸਾਡੇ ਪਾਪਾਂ ਨੂੰ ਚੁੱਕ ਲਿਆ, ਸਾਡੇ ਪਾਪਾਂ ਲਈ ਸਲੀਬ ਦੇ ਉੱਤੇ ਆਪਣੀ ਜਾਨ ਦਿੱਤੀ। ਜੋ ਸਜ਼ਾ ਸਾਨੂੰ ਮਿਲਣੀ ਚਾਹੀਦੀ, ਯਿਸੂ ਨੇ ਆਪਣੇ ਉੱਤੇ ਲੈ ਲਈ, ਤਾਂ ਕਿ ਅਸੀਂ ਹੁਣ ਪਾਪੀ ਨਹੀਂ, ਹੁਣ ਉਹਦੇ ਬੱਚੇ ਬਣ ਜਾਈਏ, ਅਸੀਂ ਉਹਦੇ ਘਰਾਣੇ ਦੇ ਬਣ ਜਾਈਏ, ਅਸੀਂ ਉਹਦੇ ਰਾਜ ਵਿੱਚ ਆ ਜਾਈਏ, ਅਸੀਂ ਉਹਦੇ ਸੇਵਕ ਬਣ ਜਾਈਏ, ਉਹਦੇ ਰਾਜ ਵਿੱਚ ਮਜ਼ਦੂਰ ਬਣ ਜਾਈਏ। ਤੀਜੀ ਗੱਲ ਅਸੀਂ ਵੇਖੀ ਸੀ, ਸ਼ੈਤਾਨ ਦੇ ਬੱਚੇ ਸੀ ਅਸੀਂ। ਯਿਸੂ ਕਹਿੰਦੇ ਤੁਸੀਂ ਆਪਣੇ ਪਿਤਾ ਸ਼ੈਤਾਨ ਤੋਂ, ਕਿਉਂਕਿ ਸ਼ੈਤਾਨ ਦਾ ਸੁਭਾਅ ਸਾਡੇ ਅੰਦਰ ਸੀ, ਸ਼ੈਤਾਨ ਦੀ ਜ਼ਿੰਦਗੀ ਸਾਡੇ ਅੰਦਰ ਸੀ, ਪਾਪ ਦੇ ਬਸ ਵਿੱਚ ਸੀ ਅਸੀਂ। ਜਿਵੇਂ ਸ਼ੈਤਾਨ ਚਲਾਉਂਦਾ ਸੀ ਅਸੀਂ ਚੱਲਦੇ ਸੀ। ਮੇਰੇ ਅਜ਼ੀਜ਼ੋ, ਅਸੀਂ ਹੁਣ ਪਰਮੇਸ਼ਰ ਦੇ ਬੱਚੇ ਹਾਂ, ਪਰਮੇਸ਼ਰ ਦੀ ਜ਼ਿੰਦਗੀ ਸਾਡੇ ਅੰਦਰ ਹੈ, ਪਰਮੇਸ਼ਰ ਦੀ ਜ਼ਿੰਦਗੀ ਸਾਡੇ ਅੰਦਰ ਹੈ। ਇਸ ਕਰਕੇ ਅਸੀਂ ਵਚਨ ਵਿੱਚ ਬਣੇ ਰਹਿ ਸਕਦੇ ਹਾਂ, ਵਚਨ ਦੇ ਅਨੁਸਾਰ ਚੱਲ ਸਕਦੇ ਹਾਂ, ਅਸੀਂ ਸ਼ੈਤਾਨ ਤੇ ਜਿੱਤ ਪਾ ਸਕਦੇ ਹਾਂ, ਅਸੀਂ ਉਹਨਾਂ ਸਾਰੀਆਂ ਅਭਿਲਾਸ਼ਾਵਾਂ ਤੋਂ ਜਿੱਤ ਪਾ ਸਕਦੇ ਹਾਂ ਜੋ ਸਰੀਰ ਦੀਆਂ ਅਭਿਲਾਸ਼ਾਵਾਂ ਸਾਡੇ ਅੰਦਰ ਨੇ। ਇਹ ਅਭਿਲਾਸ਼ਾ ਕਈ ਤਰ੍ਹਾਂ ਦੀਆਂ ਹੁੰਦੀਆਂ। ਅਭਿਲਾਸ਼ਾ ਮਤਲਬ ਐਸੀ ਇੱਛਾ, ਤੇਜ਼ ਇੱਛਾ ਜਿਹਦੇ ਅਸੀਂ ਬਸ ਵਿੱਚ ਹੋ ਜਾਂਦੇ ਹਾਂ, ਅਸੀਂ ਉਸ ਨੂੰ ਹਾਸਲ ਕੀਤੇ ਬਿਨਾਂ ਰਹਿ ਨਹੀਂ ਸਕਦੇ। ਇਹ ਅਭਿਲਾਸ਼ਾ, ਇਹ ਕਿਸੇ ਨਾਲ ਸਰੀਰਕ ਸੰਬੰਧ ਦੇ ਬਾਰੇ ਹੋ ਸਕਦੀ ਹੈ, ਪੈਸੇ ਦੇ ਬਾਰੇ ਹੋ ਸਕਦੀ ਹੈ, ਮੇਰੀ ਤਰੱਕੀ ਹੋਵੇ, ਮੈਂ ਇੱਥੇ ਜਾਵਾਂ, ਮੈਂ ਉੱਥੇ ਜਾਵਾਂ, ਹੋ ਸਕਦੀ ਹੈ। ਸਾਰੀਆਂ ਹੀ ਲਾਲਸਾਵਾਂ ਨੇ। याद रखिए, वचन से लिखा है, पतरस कहता है, परमेश्वर के बलवंत हाथ के नीचे दीनता से रहो, जिससे उचित समय पर तुमको बढ़ाएगा। परमेश्वर का हथ की है? बलवंत है। की है जी परमेश्वर का हथ? परमेश्वर का हथ की है जी? बलवंत मतलब ताकतवर है। असी कई बार भुल जाने, असी कहने नहीं 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 नहीं, परमेश्वर कुछ नहीं करता, मैं ही करांगा। परमेश्वर के बलवंत हाथ के नीचे दीनता से, ਉਹਦੇ ਹੱਥ ਦੇ ਥੱਲੇ ਰਵੋ। ਪਰਮੇਸ਼ਰ ਦੇ ਹੱਥ ਦੇ, ਬਲਵੰਤ ਹੱਥ ਦੇ ਕੀ ਰਵੋ? ਥੱਲੇ ਰਹੋ। ਅੱਗੇ ਵਚਨ 'ਚ ਕੀ ਲਿਖਿਆ? ਉਹ ਠੀਕ ਸਮੇਂ ਤੇ ਤੁਹਾਨੂੰ ਕੀ ਕਰੇਗਾ? ਵਧਾਏਗਾ। ਠੀਕ ਸਮੇਂ ਤੇ ਉੱਚਾ ਕਰੇਗਾ, ਠੀਕ ਸਮੇਂ ਤੇ ਤੁਹਾਡੇ ਲਈ ਰਸਤੇ ਖੋਲੇਗਾ। ਅਸੀਂ ਉਸ ਤੋਂ ਪਹਿਲਾਂ ਹੀ ਕਈ ਵਾਰੀ ਪਰਮੇਸ਼ਰ ਦੇ ਠੀਕ ਸਮੇਂ ਤੋਂ ਪਹਿਲਾਂ ਹੀ ਬਹੁਤ ਕੰਮ ਕਰਨਾ ਚਾਹੁੰਦੇ ਹਾਂ, ਬੜੀ ਕੋਸ਼ਿਸ਼ ਕਰਦੇ ਹਾਂ, ਔਰ ਉਹਨੂੰ ਪੂਰਾ ਕਰਨ ਦੇ ਲਈ, ਉਹਨੂੰ ਹਾਸਲ ਕਰਨ ਦੇ ਲਈ ਉਹ ਗੱਲਾਂ ਬੋਲਦੇ ਆ ਜਿਹੜੇ ਨਹੀਂ ਬੋਲਣੀਆਂ ਚਾਹੀਦੀਆਂ, ਉਹ ਕੰਮ ਕਰਦੇ ਆ ਜਿਹੜੇ ਨਹੀਂ ਕਰਨੇ ਚਾਹੀਦੇ। ਔਰ ਚੌਥੀ ਗੱਲ ਅਸੀਂ ਵੇਖੀ ਸੀ ਕਿ ਅਸੀਂ ਦੋਸ਼ੀ ਠਹਿਰਾਏ ਹੋਏ ਸੀ। ਧੰਨਵਾਦ, ਯਿਸੂ ਦੇ ਲਹੂ ਦੇ ਨਾਲ ਅਸੀਂ ਧੁੱਲ ਗਏ, ਪਰਮੇਸ਼ਰ ਦੇ ਬੱਚੇ ਬਣ ਗਏ। ਹੁਣ ਪਰਮੇਸ਼ਰ ਸਾਨੂੰ ਦੋਸ਼ੀ ਨਹੀਂ ਠਹਿਰਾਂਦਾ। ਅਸੀਂ ਧਰਮੀ ਹਾਂ,
ਯਿਸੂ ਦੇ ਲਹੂ ਦੇ ਦੁਆਰਾ, ਉਹਦੇ ਬਲੀਦਾਨ ਦੇ ਦੁਆਰਾ ਅਸੀਂ ਧਰਮੀ ਠਹਿਰਾਏ ਗਏ ਹਾਂ। ਧਰਮੀ ਦਾ ਮਤਲਬ ਪਰਮੇਸ਼ਰ ਹੁਣ ਸਾਨੂੰ ਇਸ ਤਰ੍ਹਾਂ ਵੇਖਦਾ ਹੈ ਜਿਸ ਤਰ੍ਹਾਂ ਕਿ ਅਸੀਂ ਕਦੇ ਪਾਪ ਕੀਤਾ ਹੀ ਨਹੀਂ। ਜੇ ਪਾਪ ਹੋ ਵੀ ਜਾਂਦਾ ਹੈ, ਖੜੇ ਹੋ ਕੇ ਅੱਗੇ ਵਧੀਏ, ਉਹਨੂੰ ਮੰਨ ਕੇ ਛੱਡ ਦਈਏ, ਪ੍ਰਭੂ ਤੋਂ ਤਾਕਤ ਮੰਗੀਏ, ਜਿੱਤ ਮੰਗੀਏ, ਪ੍ਰਭੂ ਮੈਨੂੰ ਇਸ ਤੇ ਜਿੱਤ ਦੇ, ਮੈਂ ਜਿੱਤ ਵਿੱਚ ਚੱਲਾਂ। ਮੇਰੇ ਅਜ਼ੀਜ਼ੋ, ਹੁਣ ਅਸੀਂ ਵੇਖਾਂਗੇ, ਅੱਜ ਅਸੀਂ ਵੇਖਾਂਗੇ ਕਿ ਮਸੀਹ ਦੇ ਕੋਲ ਆਉਣ ਤੋਂ ਪਹਿਲਾਂ, ਮਸੀਹ ਵਿੱਚ ਆਉਣ ਤੋਂ ਪਹਿਲਾਂ, ਮਸੀਹ ਨੂੰ ਗ੍ਰਹਿਣ ਕਰਨ ਤੋਂ ਪਹਿਲਾਂ ਅਸੀਂ ਕਿੱਥੇ ਸੀ। ਕੀ ਦੇਖਾਂਗੇ ਜੀ? ਅਸੀਂ, ਬੋਲ ਪਿਆ ਕਰੋ, ਥੋੜਾ ਜਿਹਾ ਨਾਰਾਜ਼ ਨਾ ਹੋਇਆ ਕਰੋ। ਯਿਸੂ ਦੇ ਕੋਲ ਆਉਣ ਤੋਂ ਪਹਿਲਾਂ ਅਸੀਂ, ਸਾਰੇ ਬੋਲੋ, ਯਿਸੂ ਵਿੱਚ ਆਉਣ ਤੋਂ ਪਹਿਲਾਂ ਅਸੀਂ, ਯਿਸੂ ਵਿੱਚ ਆਉਣ ਤੋਂ ਪਹਿਲਾਂ ਅਸੀਂ, ਯਿਸੂ ਵਿੱਚ ਆਉਣ ਤੋਂ ਪਹਿਲਾਂ ਅਸੀਂ ਕਿੱਥੇ ਸੀ, ਇਹ ਅਸੀਂ ਵੇਖਾਂਗੇ। ਮੇਰੇ ਅਜ਼ੀਜ਼ੋ, ਰਸੂਲਾਂ ਦੇ ਕਰਤੱਵ 26 ਅਧਿਆਏ 26 ਅਧਿਆਏ ਉਹਦੀ 18 ਆਇਤ। ਪੌਲੂਸ ਨੂੰ ਪ੍ਰਭੂ ਕਹਿੰਦਾ ਹੈ, ਪੌਲੂਸ ਜਦੋਂ ਦਮਿਸ਼ਕ ਦੇ ਰਾਹ ਤੇ ਜਾ ਰਿਹਾ ਸੀ ਤਾਂ ਕਿ ਮਸੀਹਾਂ ਨੂੰ ਸਤਾਏ, ਉੱਥੇ ਯਿਸੂ ਨੇ ਉਹਨੂੰ ਦਰਸ਼ਨ ਦਿੱਤੇ, ਤੈਨੂੰ ਆਖਿਆ ਕਿ ਹੇ ਪੌਲੂਸ, ਹੇ ਪੌਲੂਸ, ਹੇ ਸ਼ਾਉਲ, ਹੇ ਸ਼ਾਉਲ, ਤੂੰ ਮੈਨੂੰ ਕਿਉਂ ਸਤਾਉਂਦਾ ਹੈ। ਉਹਦਾ ਨਾਮ ਪਹਿਲਾਂ ਸ਼ਾਉਲ ਸੀ। ਉਸ ਤੋਂ ਬਾਅਦ ਕਈ ਗੱਲਾਂ ਬੋਲਦਾ ਹੈ ਪ੍ਰਭੂ। 18 ਆਇਤ 'ਚ ਕੀ ਕਹਿੰਦਾ ਹੈ कि तू उनकी आंखें खोले कि वे अंधकार से ज्योति की ओर और शैतान के अधिकार से परमेश्वर की ओर फिरें, कि पापों की क्षमा और उन लोगों के साथ जो मुझ पर विश्वास करने से पवित्र किए गए हैं मिरास पाए। तू उनकी आंखों को खोले कि वे अंधकार से ज्योति की ओर मुड़े, अंधकार तो ज्योति दी वल मुड़न। ਜਦੋਂ ਅਸੀਂ ਪ੍ਰਭੂ ਤੋਂ ਦੂਰ ਸੀ, ਜਿਹੜੇ ਲੋਕ ਅੱਜ ਵੀ ਪ੍ਰਭੂ ਤੋਂ ਦੂਰ ਨੇ, ਉਹ ਕਿੱਥੇ ਨੇ ਜੀ? ਕੋਈ ਦੱਸੇਗਾ? ਅੰਧਕਾਰ ਵਿੱਚ। ਇੱਧਰ ਵਾਲੇ ਵੀ ਦੱਸੋ ਕਿੱਥੇ ਨੇ? ਅਸੀਂ ਕਿੱਥੇ ਸੀ ਪ੍ਰਭੂ ਦੇ ਕੋਲ ਆਉਣ ਤੋਂ ਪਹਿਲਾਂ? ਅੰਧਕਾਰ ਵਿੱਚ। ਅੰਧਕਾਰ ਵਿੱਚ ਸੀ। ਮੇਰੇ ਅਜ਼ੀਜ਼ੋ, ਕਿਉਂ ਅੰਧਕਾਰ 'ਚ ਸੀ? यूहन्ना 1 अध्याय 5 आयत, यूहन्ना 1:5, जो समाचार हमने उससे सुना और तुम्हें सुनाते हैं वो ये है कि परमेश्वर ज्योति है और उसमें कुछ भी अंधकार नहीं। वचन की कहते जी परमेश्वर की है, परमेश्वर की है, परमेश्वर की है, ज्योति है। परमेश्वर चानण है। जो तुसी परमेश्वर तो दूर सी, चानण तो दूर सी। चानण तो दूर होने का मतलब की है? नेरे। चानण तो दूर होने का मतलब की है जी? सारे बोलो। नेरा, नेरे सी। ਜ਼ਬੂਰ 119 ਦੀ 105, ਜ਼ਬੂਰ 119 ਦੀ 105। ਕਿੰਨੇ ਜਣੇ ਕੁਝ ਲਿਖਣ ਦੇ ਲਈ ਕੋਈ ਨੋਟਬੁੱਕ ਵਗੈਰਾ ਲੈ ਆਏ? ਖੜੇ ਹੱਥ ਖੜੇ ਕਰੋ। ਕਿੰਨੇ ਜਣੇ ਨੇ ਜਿਹੜੇ ਲੈ ਕੇ ਆਏ ਨੇ? ਉੱਚਾ ਉੱਚਾ ਹੱਥ ਖੜੋ ਕਰੋ, ਉੱਚਾ। ਜਿਨ੍ਹਾਂ ਦੇ ਹੱਥ ਅਜ ਨਹੀਂ ਖੜੇ ਹੋਏ, ਪਲੀਜ਼ ਲਿਆਓ। ਇੱਕ ਨੋਟਬੁੱਕ, ਡਾਇਰੀ ਰੱਖਿਆ ਕਰੋ, ਨਾਲ ਪੈਨ ਵੀ, ਠੀਕ ਹੈ? ਨਾਲ ਪੈਨ ਵੀ ਰੱਖੋ। ਜਿਹੜੇ ਰੈਫਰੈਂਸ ਬੋਲੇ ਜਾਂਦੇ ਨੇ, ਆਇਤਾਂ ਬੋਲੀਆਂ ਜਾਂਦੀਆਂ, ਉਹਨਾਂ ਨੂੰ ਲਿਖ ਲਓ। ਮੋਟੀ ਮੋਟੀ ਗੱਲ ਲਿਖੋ ਉਹਦੇ ਨਾਲ ਸੰਬੰਧਿਤ। ਫਿਰ ਘਰ ਜਾ ਕੇ ਉਹਨੂੰ ਪੜ੍ਹੋ। ਕੀ ਕਰੋ ਜੀ? ਪੜ੍ਹੋ ਉਹਨੂੰ ਜਾ ਕੇ, ਪ੍ਰਾਰਥਨਾ ਦੇ ਨਾਲ ਉਹਨੂੰ ਪੜ੍ਹੋ। ਪ੍ਰਭੂ ਤੋਂ ਕਹੋ, ਪ੍ਰਭੂ ਮੈਨੂੰ ਬੁੱਧੀ ਦੇ।
ਜਿਹੜੇ ਬੱਚੇ ਸਕੂਲ ਦੇ ਬੱਚੇ ਜਾਂ ਕਾਲਜ ਦੇ ਸਟੂਡੈਂਟ ਕਲਾਸ 'ਚ ਪੜ੍ਹ ਕੇ, ਕਲਾਸ 'ਚ ਪੜ੍ਹਨ ਤੋਂ ਬਾਅਦ ਘਰ ਦੁਹਰਾਈ ਕਰਦੇ ਨੇ, ਉਹ ਕਿਹੋ ਜਿਹੇ ਬੱਚੇ ਨਿਕਲਦੇ ਨੇ? ਹਾਂਜੀ, ਉੱਚੀ ਬੋਲੋ। ਹੁਸ਼ਿਆਰ। ਤੁਸੀਂ ਵੀ ਸਾਰੇ ਹੁਸ਼ਿਆਰ ਹੋਵੋਗੇ ਜੇ ਘਰ ਜਾ ਕੇ ਬਚਨ ਦਾ ਅਧਿਐਨ ਕਰਿਆ ਕਰੋਗੇ। ਕਰਦੇ ਹੋ, ਅਗਰ ਕਰਦੇ ਹੋ ਤਾਂ ਬਹੁਤ ਅੱਛੀ ਗੱਲ ਹੈ, ਅਗਰ ਨਹੀਂ ਕਰਦੇ ਤਾਂ ਕਰਨਾ ਸ਼ੁਰੂ ਕਰੋ। ਸੋ ਪਰਮੇਸ਼ਰ ਚਾਨਣ ਹੈ। ਜ਼ਬੂਰ 119 ਦੀ 105, तेरा वचन मेरे पाँव के लिए दीपक और मेरे मार्ग के लिए उजाला है। तेरा वचन मेरे पैरों के लिए की है? दीपक है। चानण मेरी, मैनू नेरे च राह दिखाने वाला तेरा वचन। सो जो असी परमेश्वर के वचन तो दूर सी, असी नेरे च सी, क्योंकि परमेश्वर का वचन जिहड़ा है सानू की दिखाता है जी? राह दिखाता है, सही राह दिखाता है, सच्चा राह दिखाता है, जिंदगी का राह दिखाता है, तरक्की का राह दिखाता है, जित का राह दिखाता है। तेरा वचन मेरे पाँव के लिए दीपक और मार्गों के लिए उजाला है। मेरे राहां दे लई उजालिया, उजाला या चानण है मेरे राहां दे लई। अज की भाषा च आपां कहांगे मेरी सड़क दे लई जिहड़ा है वो ट्यूबां लगी होंदे उत्ते, मेरी 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 गली या मेरी सड़क दे लई ट्यूबां ने, बल्ब ने। उस समय बूटां दे उत्ते, बूटां दे उत्ते इस तरीके दे दीवा रखा जाता सी, फिट किया जाता सी, जिहड़ा कि राह च चलते चलते अगे रोशनी दिंदा सी, ताकि पैर जिहड़ा है किसी टोए च ना गिरे, पैर किसी खतरनाक चीज़ के उत्ते ना पै जाए, ताकि उहदे तो उन्होंने नुकसान ना होवे। सो उस गल नूं लैके जबूर दा लिखण वाला कहंदा मेरे पैरों के लिए तेरा वचन की है? दीपक है। अजकल की भाषा में आप कह सकते हैं बल्ब, मेरे पैरों के लिए बल्ब है ना मेरे जीजो। सो परमेश्वर का वचन चानण है। इस तो जो दूर सी असी नेरे च सी। मेरे जीजो की फर्क है? चानण ते नेरे च रहन दा की फर्क है? चानण दे विच सानू सही राह दा पता हुंदा है, किहड़े राह विच असीं चलना है। नेरे विच सानू कोई चानण नहीं दिखदा, राह नहीं दिखदा, माफ़ करना, नेरे विच सानू कोई राह नहीं दिखदा। जदों प्रभु तो दूर सी सानू कोई राह नहीं दिखदा सी। अज लोगों को पुछो कि भी जिंदगी किस तरह की है, किस तरह कट रही है, वो कि आम तौर पर भी कहते टाइम कट रहे हैं। चंगा जोड़ा डंग डंग निकल जे, डंग डंग कहते हैं ना, है है टाइम। ये डंग मैनू लगता वर्ड उधरों की है, वो उधरों सुनाम वालों आ गया। बचपन चो कई बारी ਆਪਾਂ वर्ड बहुत सारे ऐसे सुने होंगे हैं, बोले होंगे हैं, ठीक है। माल विच डंग डंग कट रहे हैं, डंग टपा रहे हैं, डंग टपा रहे हैं। अजकल तो मेरे ख्याल नहीं बोलते, बहुत घट बोलते हैं। सो की है, डंग टपा रहे हैं, टाइम कट रहे हैं। नहीं मेरे जीजो, परमेश्वर चानण है, उहदा वचन चानण है। चानण जो असीं बने रहने सानू मंजिल दिखती है, कित्थे असीं पहुँचना है, कित्थे सानू पहुँचना चाहिए, किवें असीं पहुँचना है, वो मंजिल सानू दिखती है। वो मंजिल की है? जब तक असीं धरती ते हाँ
ਜਿਸ ਦੌੜ ਦੇ ਵਿੱਚ ਸਾਨੂੰ ਦੌੜਨਾ ਹੈ, ਧੀਰਜ ਦੇ ਨਾਲ ਦੌੜਦੇ ਰਹੀਏ। ਕਿਸ ਤਰ੍ਹਾਂ ਦੌੜੀਏ ਜੀ? ਧੀਰਜ ਦੇ ਨਾਲ ਇਸ ਦੌੜ ਦੇ ਵਿੱਚ ਦੌੜਦੇ ਰਹੀਏ, ਦੌੜ ਦੇ ਵਿੱਚ ਵੱਧਦੇ ਰਹੀਏ। विश्वास के कर्ता और सिद्ध करने वाले यीशु की ओर ताकते रहे। विश्वास ਦਾ ਜਿਹੜਾ ਬਾਨੀ ਹੈ ਔਰ ਸਿੱਧੂ ਨੂੰ ਕਰਦਾ ਹੈ ਵਿਸ਼ਵਾਸ ਨੂੰ, ਉਸ ਯਿਸੂ ਵੱਲ ਤੱਕਦੇ ਰਹੀਏ, ਯਿਸੂ ਵੱਲ ਤੱਕਦੇ ਰਹੀਏ। ਪੌਲੁਸ ਕਹਿੰਦਾ ਮੈਂ ਆਪਣੀ ਦੌੜ ਪੂਰੀ ਕਰ ਲਈ ਹੈ, ਮੈਂ ਆਪਣੀ ਦੌੜ ਪੂਰੀ ਕਰ ਲਈ ਹੈ। ਮੇਰੇ ਜੀਜ਼ੋ, ਚਾਨਣ ਦੇ ਵਿੱਚ ਚਲਦੇ ਚਲਦੇ ਅਸੀਂ ਆਪਣੀ ਦੌੜ ਨੂੰ ਪੂਰੀ ਕਰਾਂਗੇ, ਕਿਉਂਕਿ ਹੁਣ ਅਸੀਂ ਹਨੇਰੇ 'ਚ ਨਹੀਂ ਹਾਂ। ਜਿਹੜੇ ਫੇਰ ਹਨੇਰੇ 'ਚ ਚਲੇ ਜਾਂਦੇ ਨੇ ਉਹਨਾਂ ਦੀ ਦੌੜ ਪੂਰੀ ਨਹੀਂ ਹੁੰਦੀ। ਫਿਰ ਪੌਲੁਸ ਕਹਿੰਦਾ ਮੈਂ ਅੱਛੀ ਕੁਸ਼ਤੀ ਲੜੀ ਹੈ। ਕੁਸ਼ਤੀ ਲੜਨ ਦੇ ਲਈ ਵੀ ਰੋਸ਼ਨੀ ਹੋਣੀ ਚਾਹੀਦੀ ਹੈ। ਜੇ ਰਾਤ ਨੂੰ ਕੁਸ਼ਤੀ ਲੜਾਈ ਵੀ ਜਾਂਦੀ ਹੈ ਤਾਂ ਦਿਨ ਨਾਲੋਂ ਵੀ ਜ਼ਿਆਦਾ ਰੋਸ਼ਨੀ ਹੁੰਦੀ ਹੈ। ਦਿਨ 'ਚ ਵੀ ਰੋਸ਼ਨੀ ਹੁੰਦੀ ਹੈ, ਕੁਸ਼ਤੀ ਲੜੀ ਜਾਂਦੀ ਹੈ। ਕਾਕਾ ਤੈਨੂੰ ਹਨੇਰੇ ਕਮਰੇ 'ਚ ਕਿਸੇ ਨਾਲ ਕਹਿ ਦਈਏ ਵੀ ਕੁਸ਼ਤੀ ਕਰ ਲੇਗਾ ਹੈ? ਕਹਿੰਦਾ ਨਹੀਂ ਕਰ ਸਕਦਾ। ਸਹੀ ਹੈ ਗੱਲ। ਹਨੇਰੇ ਕਮਰੇ ਦੇ ਵਿੱਚ ਦੂਜੇ ਨੇ ਜੇ ਗਿਰਾ ਦਿੱਤਾ, ਸਾਨੂੰ ਖੜੇ ਹੋ ਕੇ ਉਹਦਾ ਪਿੱਛਾ ਕਰਨਾ, ਕਿੱਥੇ ਹੈ, ਕਿੱਥੇ ਮਾਰਨਾ, ਕੁਝ ਨਹੀਂ ਪਤਾ ਲੱਗੇਗਾ। ਹਨੇਰੇ 'ਚ ਸ਼ੈਤਾਨ ਸਾਨੂੰ ਗਿਰਾਉਂਦਾ ਰਿਹਾ। ਹਨੇਰੇ 'ਚ ਸ਼ੈਤਾਨ ਕੀ ਕਰਦਾ ਰਿਹਾ? ਸਾਨੂੰ ਗਿਰਾਉਂਦਾ ਰਿਹਾ। ਹੁਣ ਅਸੀਂ ਸ਼ੈਤਾਨ 'ਤੇ ਜਿੱਤ ਪਾ ਕੇ ਚੱਲ ਸਕਦੇ ਹਾਂ, ਕਿਉਂਕਿ ਅਸੀਂ ਚਾਨਣ ਵਿੱਚ ਹਾਂ। ਕਿਹਦੇ ਵਿੱਚ ਹਾਂ ਜੀ? ਚਾਨਣ ਵਿੱਚ ਹਾਂ। ਜ਼ਬੂਰ 107 ਉਹਦੀ 14 ਆਇਤ, 107 ਦੀ 14, ਜ਼ਬूर 107 ਦੀ 14। उसने उन्हें अंधियारे और मृत्यु की छाया में से निकाल लिया। उसने ਉਹਨਾਂ ਨੂੰ ਹਨੇਰੇ ਤੇ ਮृत्यु मौत ਦੀ ਛਾਂ ਵਿੱਚੋਂ ਕੱਢ ਲਿਆ और उनके बंधनों को तोड़ दिया। ਸਾਡਾ ਪਰਮੇਸ਼ਰ ਹਨੇਰੇ ਵਿੱਚੋਂ ਕੱਢਣ ਵਾਲਾ ਪਰਮੇਸ਼ਰ ਹੈ। ਸਾਡੇ ਪਰਮੇਸ਼ਰ ਦੀ ਇੱਛਾ ਹੈ ਕਿ ਅਸੀਂ ਚਾਨਣ ਵਿੱਚ ਬਣੇ ਰਹੀਏ, ਚਾਨਣ ਵਿੱਚ ਚੱਲੀਏ। ਉਹ ਖੁਦ ਚਾਨਣ ਹੈ, ਉਹਦਾ ਵਚਨ ਚਾਨਣ ਹੈ, ਉਹਦੇ ਵਿੱਚ ਬਣੇ ਰਹੀਏ। ਮੇਰੇ ਜੀਜ਼ੋ, यशाया 29 अध्याय 18 आयत, यशाया 29 18। उस समय बहरे पुस्तक की बातें सुनने लगेंगे। ਜਿਹੜੇ ਬੋਲੇ ਨੇ, ਜਿਹੜੇ ਨਹੀਂ ਸੁਣਦੇ, ਕਹਿੰਦਾ ਵਚਨ ਦੀਆਂ ਗੱਲਾਂ ਸੁਣਨ ਲੱਗਣਗੇ। और अंधे जिनको अभी कुछ नहीं सूझता वे देखने लगेंगे। अन्ने ਜਿਹੜੇ ਹਨੇਰੇ 'ਚ ਨੇ ਉਹਨਾਂ ਨੂੰ ਕੁਝ ਨਹੀਂ ਸੁਝਦਾ। ਜਿਹਨੂੰ ਕੁਸ਼ਤੀ ਕਰਨ ਦੇ ਲਈ ਦਿਲਰਾਜ ਨੂੰ ਹਨੇਰੇ 'ਚ ਕਮਰੇ 'ਚ ਬੰਦ ਕਰੀਏ, ਕੁਝ ਸੁਝੇਗਾ ਨਹੀਂ ਇਹਨੂੰ। ਕਿੱਥੇ ਵਿਰੋਧੀ ਹੈ, ਕਿੱਥੇ ਮਾਰਨਾ ਹੈ, ਕਿਵੇਂ ਆਪਣਾ ਬਚਾਅ ਕਰਨਾ ਹੈ, ਸੁਝੇਗਾ ਕਾਕਾ? ਨਹੀਂ, ਕੁਝ ਨਹੀਂ ਸੁਝਦਾ। ਕਹਿੰਦਾ ਜਿਨ੍ਹਾਂ ਨੂੰ ਔਰ ਅੰਧੇ ਜਿन्हें अभी कुछ नहीं सूझता वे देखने लगे, ਉਹ ਦੇਖਣ ਲੱਗਣਗੇ। ਵਿਸ਼ਵਾਸ ਆਉਣ ਤੋਂ ਬਾਅਦ ਵੀ ਕਈ ਵਾਰ ਅਸੀਂ ਹਨੇਰੇ 'ਚ ਗਿਰ ਜਾਂਦੇ ਹਾਂ, ਜਦੋਂ ਵਚਨ ਦੇ ਵਿੱਚ ਨਹੀਂ ਬਣੇ ਰਹਿੰਦੇ, ਜਦੋਂ ਪਰਮੇਸ਼ਰ ਦੇ ਨਾਲ ਨਹੀਂ ਚੱਲਦੇ, ਉਹਦੇ ਨਾਲ ਸਾਡਾ ਸੰਬੰਧ ਸਹੀ ਨਹੀਂ ਹੁੰਦਾ, ਤਾਂ ਅਸੀਂ ਆਪਣੇ ਆਪ ਨੂੰ ਹਨੇਰੇ ਵਿੱਚ ਚੱਲਣ ਦੇ ਲਈ ਦੇ ਦਿੰਦੇ ਹਾਂ। ਸਾਨੂੰ ਕੁਝ ਨਹੀਂ ਸੁਝਦਾ, ਕਨਫਿਊਜ਼ਨ ਰਹਿੰਦਾ ਹੈ। ਕੀ ਬੋਲਾਂ, ਕੀ ਕਰਾਂ, ਕਿੱਥੇ ਜਾਵਾਂ, ਕਿਹਦੇ ਤੋਂ ਮਦਦ ਮੰਗਾਂ, ਕੁਝ ਨਹੀਂ ਸੁਝਦਾ। ਕਨਫਿਊਜ਼ਨ 'ਚ ਰਹਿੰਦੇ, ਤਣਾਅ 'ਚ ਰਹਿੰਦੇ। ਪਰਮੇਸ਼ੁਰ ਤੋਂ ਸਾਨੂੰ ਜਿੱਤ ਦਿੰਦਾ ਹੈ, ਕਿਉਂਕਿ ਉਹ ਚਾਨਣ ਹੈ, ਉਹਦਾ ਵਚਨ ਚਾਨਣ ਹੈ, ਉਹਦੇ ਵਿੱਚ ਬਣੇ
ਰਹੀਏ। ਜਦੋਂ ਅਸੀਂ ਚਾਨਣ 'ਚ ਬਣੇ ਰਹਿੰਦੇ ਹਾਂ ਤਾਂ ਪ੍ਰਭੂ ਕੀ ਕਹਿੰਦਾ, ਤੁਸੀਂ ਜਗਤ ਦੇ ਕੀ ਹੋ, ਤੁਸੀਂ ਜਗਤ ਦੇ ਕੀ ਹੋ, ਤੁਸੀਂ ਜਗਤ ਦੇ ਕੀ ਹੋ, ਚਾਨਣ। ਅਸੀਂ ਪ੍ਰਭੂ ਦੇ ਚਾਨਣ, ਜਗਤ ਦੇ ਚਾਨਣ ਦਾ ਮਤਲਬ ਕੀ ਹੈ? ਪ੍ਰਭੂ ਦਾ ਸੁਭਾਅ ਸਾਡੇ ਵਿੱਚੋਂ ਦਿਖੇਗਾ, ਪ੍ਰਭੂ ਦੇ ਗੁਣ ਸਾਡੇ ਵਿੱਚੋਂ ਦਿਖਣਗੇ, ਪ੍ਰਭੂ ਦਾ ਪਿਆਰ ਸਾਡੇ ਵਿੱਚੋਂ ਦਿਖੇਗਾ, ਪ੍ਰਭੂ ਦੀ ਦਇਆ, ਪ੍ਰਭੂ ਦੀ ਕਿਰਪਾ ਸਾਡੇ ਅੰਦਰ ਦਿਖੇਗੀ। ਇਹ ਹੈ ਜਗਤ ਦੇ ਚਾਨਣ ਬਣਨਾ, ਜਗਤ ਦੇ ਚਾਨਣ। ਮੇਰੇ ਜੀਜ਼ੋ, ਪਰਮੇਸ਼ਰ ਦੇ ਵਿੱਚ ਬਣੇ ਰਹੀਏ, ਵਚਨ ਵਿੱਚ ਬਣੇ ਰਹੀਏ। ਅਸੀਂ ਹਨੇਰੇ 'ਚ ਸੀ, ਲੇਕਿਨ ਹੁਣ ਹਨੇਰੇ ਵਿੱਚੋਂ ਪ੍ਰਭੂ ਨੇ ਸਾਨੂੰ ਕੀ ਕਰ ਲਿਆ? ਕੱਢ ਲਿਆ। ਇਹਦੇ ਵਿੱਚ ਬਣੇ ਰਹੀਏ, ਚਾਨਣ ਵਿੱਚ ਬਣੇ ਰਹੀਏ, ਵਚਨ ਵਿੱਚ ਬਣੇ ਰਹੀਏ। ਮੇਰੇ ਜੀਜ਼ੋ, ਫਿਰ ਉਸ ਤੋਂ ਬਾਅਦ ਇੱਥੇ ਦੂਜੀ ਇੱਕ ਹੋਰ ਗੱਲ ਅਸੀਂ ਵੇਖੀ ਸੀ, 26 ਦੀ 18 आयत, कि तू उनकी आंखें खोले कि वे अंधकार से ज्योति की ओर और शैतान के अधिकार से परमेश्वर की ओर फिरें। एक समा सी ਜਦੋਂ ਤੁਸੀਂ ਤੇ ਮੈਂ ਸ਼ੈਤਾਨ ਦੇ ਅਧਿਕਾਰ ਦੇ ਥੱਲੇ ਸੀ। ਸ਼ੈਤਾਨ ਦਾ ਅਧਿਕਾਰ ਸਾਡੇ ਉੱਤੇ ਸੀ। ਜਿਹਦਾ ਅਧਿਕਾਰ ਜਿਹਦੇ ਉੱਤੇ ਹੁੰਦਾ ਉਹ ਅਧਿਕਾਰੀ ਜਿਹੜਾ ਹੈ ਜਿਵੇਂ ਚਾਹੁੰਦਾ ਉਸ ਨੂੰ ਚਲਾਉਂਦਾ ਹੈ, ਜਿਵੇਂ ਚਾਹੁੰਦਾ ਉਸ ਨੂੰ ਚਲਾਉਂਦਾ ਹੈ। ਅਸੀਂ ਜੋ ਕੁਝ ਨਹੀਂ ਚਾਹੁੰਦੇ ਸੀ ਉਹ ਵੀ ਕਰਦੇ ਸੀ, ਜੋ ਸਾਨੂੰ ਪਤਾ ਸੀ ਕਿ ਚੰਗਾ ਨਹੀਂ ਹੈ ਅਸੀਂ ਉਹ ਵੀ ਕਰਦੇ ਸੀ। ਪਾਪ ਦਾ ਪਤਾ ਸੀ ਕਿ ਅਸੀਂ ਪਾਪ ਕਰਦੇ ਹਾਂ ਫਿਰ ਵੀ ਕਰਦੇ ਸੀ। ਜੋ ਗੱਲਾਂ ਅਸੀਂ ਬੱਚਿਆਂ ਨੂੰ ਕਹਿੰਦੇ ਹਾਂ ਕਿ ਬੱਚੇ ਨਹੀਂ ਕਰਨਾ, ਉਹੀਓ ਕਰਦੇ ਸੀ। ਬੱਚਿਆਂ ਨੂੰ ਕਹਿੰਦੇ ਬੱਚੇ ਝੂਠ ਨਹੀਂ ਬੋਲਣਾ, ਆਪ ਝੂਠ ਬੋਲਦੇ ਸੀ। ਬੱਚਿਆਂ ਨੂੰ ਕਹਿੰਦੇ ਚੋਰੀ ਨਹੀਂ ਕਰਨਾ, ਆਪ ਚੋਰੀ ਕਰਦੇ ਸੀ। ਮੇਰੇ ਅਜੀਜ਼ੋ, ਕਿਉਂ? ਕਿਉਂਕਿ ਸ਼ੈਤਾਨ ਦੇ ਕੀ ਸੀ? ਬਸ 'ਚ ਸੀ। ਕੀ ਸੀ ਸ਼ੈਤਾਨ ਦੇ? ਸਾਰੇ ਬੋਲੋ, ਬਸ 'ਚ ਸੀ। ਉਹਨੇ ਹੁਣ ਸਾਨੂੰ ਸ਼ੈਤਾਨ ਦੇ ਬਸ ਤੋਂ, ਅਧਿਕਾਰ ਤੋਂ ਕੀ ਕਰ ਦਿੱਤਾ? ਆਜ਼ਾਦ ਕਰ ਦਿੱਤਾ। ਹੁਣ ਪਰਮੇਸ਼ਰ ਦੇ ਅਧਿਕਾਰ ਦੇ ਵਿੱਚ ਜ਼ਿੰਦਗੀ ਗੁਜ਼ਾਰੀਏ, ਪਰਮੇਸ਼ਰ ਦੇ ਬਸ ਵਿੱਚ ਰਹੀਏ। ਹਰ ਰੋਜ਼ ਇਹੀ ਪ੍ਰਾਰਥਨਾ ਹੋਣੀ ਚਾਹੀਦੀ। ਕੀ ਪ੍ਰਾਰਥਨਾ? ਪ੍ਰਭੂ ਤੂੰ ਮੇਰੀ ਜ਼ਿੰਦਗੀ 'ਚ ਦਿਖਾਈ ਦੇ, ਤੂੰ ਮੇਰੀ ਜ਼ਿੰਦਗੀ ਨੂੰ ਚਲਾ। ਮੈਂ ਤੇਰੇ ਨਾਲ ਸਲੀਬ ਤੇ ਚੜਾਇਆ ਗਿਆ, ਹੁਣ ਮੈਂ ਜਿਉਂਦਾ ਨਹੀਂ, ਮਸੀਹ ਤੂੰ ਮੇਰੇ ਵਿੱਚ ਜਿਉਂਦਾ ਹੈ। ਤੂੰ ਮੇਰੀ ਜ਼ਿੰਦਗੀ 'ਚ ਦਿਖ, ਤੇਰੇ ਗੁਣ ਦੇਖਣ, ਮੇਰੇ ਮੂੰਹ ਵਿੱਚ ਜੋ ਗੱਲ ਨਿਕਲਦੀ ਹੈ ਉਹਦੇ ਦੁਆਰਾ ਦਿਖੇ ਕਿ ਤੂੰ ਮੇਰੀ ਜ਼ਿੰਦਗੀ ਦਾ ਪ੍ਰਭੂ ਹੈ, ਤੂੰ ਮੇਰੀ ਜ਼ੁਬਾਨ ਦਾ ਪ੍ਰਭੂ ਹੈ। ਮੇਰੀ ਅੱਖਾਂ, ਇਹਨਾਂ ਦਾ ਇਸਤੇਮਾਲ ਉਸ ਤਰ੍ਹਾਂ ਹੋਵੇ ਜਿਸ ਤਰ੍ਹਾਂ ਤੂੰ ਕਰਦਾ ਹੈ, ਜਿਵੇਂ ਤੂੰ ਕੀਤਾ ਜਾਂ ਤੂੰ ਕਰਦਾ ਹੈ ਪ੍ਰਭੂ। ਮੇਰੇ ਹੱਥਾਂ ਦਾ ਇਸਤੇਮਾਲ ਉਹਨਾਂ ਚੀਜ਼ਾਂ ਦੇ ਲਈ ਹੋਵੇ ਜੋ ਕੰਮ ਤੂੰ ਚਾਹੁੰਦਾ ਮੈਂ ਕਰਾਂ। ਮੇਰੇ ਪੈਰਾਂ ਦਾ ਇਸਤੇਮਾਲ ਉੱਥੇ ਜਾਣ ਲਈ ਹੋਵੇ ਜਿੱਥੇ ਤੂੰ ਚਾਹੁੰਦਾ ਮੈਂ ਜਾਵਾਂ। ਮੇਰੇ ਅੰਦਰ ਤੇਰੇ ਖਿਆਲ ਹੋਣ, ਤੇਰੇ ਵਿਚਾਰਾਂ ਦੇ ਨਾਲ, ਤੇਰੇ ਵਚਨ ਦੇ ਨਾਲ ਮੈਂ ਭਰਿਆ ਹੋਇਆ ਰਵਾਂ। ਯਿਸੂ ਨੇ ਕੀ ਆਖਿਆ ਹੈ? ਜੋ ਮਨ 'ਚ ਭਰਿਆ ਹੈ ਉਹੀ ਮੂੰਹ ਤੇ ਆਉਂਦਾ ਹੈ। ਆਪਣੇ ਆਪ ਨੂੰ ਪਰਮੇਸ਼ਰ ਦੇ ਵਚਨ ਦੇ ਨਾਲ ਭਰੋ, ਆਪਣੇ ਆਪ ਨੂੰ ਪਰਮੇਸ਼ਰ ਦੇ ਖਿਆਲਾਂ ਦੇ ਨਾਲ ਭਰੋ। ਪਰਮੇਸ਼ਰ ਦੇ ਵਚਨ ਵਿੱਚ, ਪਰਮੇਸ਼ਰ ਦੇ ਖਿਆਲਾਂ ਦੇ ਵਿੱਚ ਜ਼ਿੰਦਗੀ ਹੈ, ਤਰੱਕੀ ਹੈ, ਜਿੱਤ ਹੈ, ਛੁਟਕਾਰਾ ਹੈ। ਉਹਨਾਂ ਵਿੱਚ ਬਣੇ ਰਹੀਏ ਨਾ। ਕੁਲਸੀਆਂ 1 ਅਧਿਆਏ 12 ਤੋਂ 14 ਆਇਤ। ਕੋਈ ਪੜ੍ਹ ਸਕਦਾ ਕੋਈ ਵੀ। ਕੁਲਸੀਆਂ 1 ਅਧਿਆਏ
12 ਤੋਂ 14। ਪਿਤਾ ਦਾ ਧੰਨਵਾਦ ਕਰਦੇ ਰਹੋ। ਹਾਂਜੀ, ਜਿਸ ਨੇ ਸਾਨੂੰ ਇਸ ਯੋਗ ਬਣਾਇਆ कि ज्योति में पवित्र लोगों के साथ मिरास में साझीदार होइए, ਉਹਦੇ ਹਿੱਸੇਦਾਰ ਹੋਈਏ। ਚਾਨਣ ਵਿੱਚ ਪਵਿੱਤਰ ਲੋਕਾਂ ਦੇ ਨਾਲ ਅਸੀਂ ਹਿੱਸੇਦਾਰ ਹੋਈਏ। ਜੋ ਹਿੱਸਾ ਪਰਮੇਸ਼ਰ ਨੇ ਸਾਡਾ ਰੱਖਿਆ ਹੈ, ਉਹਦੇ ਬੱਚੇ ਹੋਣ ਦੇ ਨਾਤੇ ਜੋ ਉਹਨੇ ਸਾਨੂੰ ਦਿੱਤਾ ਹੈ, ਉਹਦੇ ਅਸੀਂ ਹਿੱਸੇਦਾਰ ਹੋਈਏ। ਅੱਗੇ, ਉਹਨੇ ਸਾਨੂੰ ਅੰਧਕਾਰ ਦੇ ਵਸ ਚੋਂ ਕੱਢ ਕੇ ਆਪਣੇ ਪਿਆਰੇ ਪੁੱਤਰ ਦੇ ਰਾਜ ਦੇ ਵਿੱਚ ਦਾਖਲ ਕਰਾਇਆ, ਸ਼ਾਮਿਲ ਕਰਾਇਆ। ਆਪਣੇ ਪੁੱਤਰ ਦੇ ਰਾਜ ਵਿੱਚ ਬਾੜ ਦਿੱਤਾ, ਅੰਧਕਾਰ ਦੇ ਰਾਜ ਵਿੱਚੋਂ ਕੱਢ ਕੇ। ਸ਼ੈਤਾਨ ਦਾ ਰਾਜ ਅੰਧਕਾਰ ਦਾ ਰਾਜ ਹੈ। ਸ਼ੈਤਾਨ ਅੰਧਕਾਰ ਦਾ ਰਾਜਾ, ਉਹਦੇ ਰਾਜ ਚੋਂ ਪਰਮੇਸ਼ਰ ਨੇ ਸਾਨੂੰ ਕੱਢ ਕੇ ਆਪਣੇ ਪੁੱਤਰ ਦੇ ਰਾਜ ਦੇ ਵਿੱਚ ਲਿਆਂਦਾ, ਚਾਨਣ ਦੇ ਰਾਜ ਦੇ ਵਿੱਚ ਲਿਆਂਦਾ, ਪਵਿੱਤਰਤਾ ਦੇ ਰਾਜ ਵਿੱਚ ਲਿਆਂਦਾ, ਪ੍ਰੇਮ ਦੇ ਰਾਜ ਵਿੱਚ, ਸ਼ਾਂਤੀ ਦੇ ਰਾਜ ਵਿੱਚ, ਕਿਰਪਾ ਦੇ ਰਾਜ ਵਿੱਚ, ਵਿਸ਼ਵਾਸ ਦੇ ਰਾਜ ਵਿੱਚ, ਆਤਮਾ ਦੇ ਫਲ ਦੇ ਰਾਜ ਵਿੱਚ, ਆਤਮਾ ਦੀ ਸਮਰਥ ਦੇ ਰਾਜ ਵਿੱਚ ਲਿਆਂਦਾ। ਤੁਸੀਂ ਤੇ ਮੈਂ ਹੁਣ ਪਰਮੇਸ਼ਰ ਦੇ ਪੁੱਤਰ ਦੇ ਰਾਜ ਵਿੱਚ ਹਾਂ, ਤਾਂ ਕਿ ਉਹ ਮਿਰਾਸ ਜੋ ਸਾਡੀ ਹੈ ਉਹਦਾ ਉਹ ਸਾਨੂੰ ਮਿਲ ਸਕੇ, ਉਹਦਾ ਇਸਤੇਮਾਲ ਅਸੀਂ ਕਰ ਸਕੀਏ। ਇਹ ਸਭ ਕੁਝ ਉਹਦੀ ਮਿਰਾਸ ਹੈ। ਉਹਦਾ ਆਨੰਦ ਸਾਡੀ ਮਿਰਾਸ ਇਸ ਧਰਤੀ ਤੇ, ਉਹਦੀ ਸ਼ਾਂਤੀ, ਉਹਦੀ ਕਿਰਪਾ, ਉਹਦੀ ਸਾਮਰਥ, ਚੰਗਾਈ, ਛੁਟਕਾਰਾ, ਜਿੱਤ, ਇਹ ਸਭ ਕੁਝ ਸਾਡੀ ਕੀ ਹੈ? ਮਿਰਾਸ ਹੈ। ਸਦਾ ਦੀ ਜ਼ਿੰਦਗੀ ਸਾਡੀ ਮਿਰਾਸ ਹੈ। ਔਰ ਵਚਨ 'ਚ ਲਿਖਿਆ ਹੈ, ਹੁਣ ਅਸੀਂ ਪਰਮੇਸ਼ਰ ਦੇ ਪੁੱਤਰ ਹਾਂ, ਅਜੇ ਪ੍ਰਗਟ ਨਹੀਂ ਹੋਇਆ ਕਿ ਅਸੀਂ ਕੀ ਕੁਝ ਹੋਵਾਂਗੇ। ਹੁਣ ਅਸੀਂ ਪਰਮੇਸ਼ਰ ਦੇ ਕੀ ਹਾਂ? ਬੱਚੇ ਹਾਂ, ਪਰਮੇਸ਼ਰ ਦੇ ਪੁੱਤਰ ਹਾਂ, ਪਰਮੇਸ਼ਰ ਦੀ ਸੰਤਾਨ ਹਾਂ। ਅਜੇ ਪ੍ਰਗਟ ਨਹੀਂ ਹੋਇਆ ਕਿ ਅਸੀਂ ਕੀ ਕੁਝ ਹੋਵਾਂਗੇ। ਕੀ ਮਿਰਾਸ ਸਾਡੀ ਹੈ ਇਸ ਧਰਤੀ ਤੇ? ਤਾਂ ਜੋ ਅਸੀਂ ਹਾਸਲ ਕਰਨ ਜਾ ਰਹੇ ਹਾਂ ਉਹਦਾ ਸ਼ਾਇਦ ਕਰੋੜਵਾਂ ਹਿੱਸਾ ਵੀ ਨਹੀਂ ਹੈ ਜੋ ਉਹਨੇ ਸਾਨੂੰ ਇੱਥੇ ਧਰਤੀ ਤੇ ਦਿੱਤਾ ਹੈ। मेरे जीजो, पिता का धन्यवाद करते रहो जिसने हमें इस योग्य बनाया कि ज्योति में पवित्र लोगों के साथ मिरास में सहभागी हों। मिरास ਦੇ ਹਿੱਸੇਦਾਰ ਬਣਨ ਦੇ ਵਿੱਚ ਵੀ ਕਹਿੰਦਾ ਜੋਤੀ ਦੇ ਵਿੱਚ ਰਹੋ, ਜੋਤੀ ਵਿੱਚ ਬਣੇ ਰਹੋ, ਪ੍ਰਭੂ ਵਿੱਚ ਤੇ ਉਹਦੇ ਵਚਨ ਦੇ ਵਿੱਚ ਬਣੇ ਰਹੋ। ਜ਼ਿੱਦ ਨਾ ਕਰੋ, ਪ੍ਰਭੂ ਦੇ ਵਚਨ ਤੋਂ ਉਲਟ ਚੱਲਣ ਦੀ ਜ਼ਿੱਦ ਨਾ ਕਰੋ, ਛੱਡ ਦਿਓ ਜ਼ਿੱਦ, ਉਹਦੇ 'ਚ ਕੋਈ ਲਾਭ ਨਹੀਂ, ਸਾਡੀ ਤਰੱਕੀ ਨਹੀਂ। ਤੂੰ ਆਪਣੀ ਸਮਝ ਦਾ ਸਹਾਰਾ ਨਾ ਲੈ। ਵਚਨ 'ਚ ਕੀ ਲਿਖਿਆ? ਨੀਤੀ ਵਚਨ 3:5 'ਚ ਤੂੰ ਆਪਣੀ ਸਮਝ ਦਾ ਸਹਾਰਾ ਨਾ ਲੈ, ਪੂਰੇ ਮਨ ਦੇ ਨਾਲ ਯਹੋਵਾ ਤੇ ਭਰੋਸਾ ਰੱਖ, पूरे मन ਦੇ ਨਾਲ परमेश्वर पे भरोसा रख। उसी ने हमें अंधकार के वश से छुड़ाया। अंधकार ਦੇ ਵਸ਼ ਸੀ ਪਹਿਲਾਂ। ਜਦੋਂ ਅੰਧਕਾਰ ਦੇ ਵਸ਼ ਸੀ ਤਾਂ ਸੁਣਨ ਦੇ ਬਾਵਜੂਦ, ਜਾਣਨ ਦੇ ਬਾਵਜੂਦ ਅਸੀਂ ਚਾਨਣ ਦੇ ਕੰਮ ਨਹੀਂ ਕਰ ਸਕਦੇ, ਕਿਉਂਕਿ ਅੰਧਕਾਰ ਦੇ ਵਸ਼ ਸੀ। ਉਹਨੇ ਸਾਨੂੰ ਅੰਧਕਾਰ ਦੇ ਵਸ ਚੋਂ ਕੀ ਕਰ ਲਿਆ ਜੀ? ਛੁਡਾ ਲਿਆ। ਅੰਧਕਾਰ ਦੇ ਵਸ ਚੋਂ ਛੁਡਾ ਲਿਆ। ਤੇ ਹੁਣ ਪ੍ਰਭੂ ਕੀ ਚਾਹੁੰਦਾ? ਅਸੀਂ ਚਾਨਣ 'ਚ ਬਣੇ ਰਹੀਏ। ਠੀਕ ਹੈ। ਅੰਧਕਾਰ ਜੇ ਸਾਡੇ ਸਾਹਮਣੇ ਆਂਦਾ ਵੀ ਹੈ, ਅੰਧਕਾਰ ਤੇ ਅਸੀਂ ਕੀ ਪਾਈਏ? ਜਿੱਤ ਪਾਈਏ। ਕੀ ਪਾਈਏ? ਜਿੱਤ ਪਾਈਏ।
ਵਚਨ ਦੇ ਉੱਤੇ ਬਣੇ ਰਹਿ ਕੇ, ਵਚਨ ਦੇ ਉੱਤੇ ਬਣੇ ਰਹਿ ਕੇ ਅਸੀਂ ਅੰਧਕਾਰ ਤੇ ਜਿੱਤ ਪਾਵਾਂਗੇ। ਹੁਣ ਉਹਦੇ ਬਸ 'ਚ ਨਹੀਂ ਆ ਅਸੀਂ, ਉਹ ਸਾਡੇ ਸਾਹਮਣੇ ਕਈ ਵਾਰੀ ਆ ਸਕਦਾ ਹੈ, ਲੇਕਿਨ ਅਸੀਂ ਜਿੱਤ ਪਾਣੀ ਹੈ, ਜਿੱਤ ਪਾ ਕੇ ਅੱਗੇ ਵਧਣਾ ਹੈ। चौदह आयत कुलुसियों 1:14, जिसमें हमें छुटकारा अर्थात पापों की क्षमा प्राप्त होती है। ਉਹਦੇ ਰਾਜ ਦੇ ਵਿੱਚ ਖਿਮਾ ਤੇ ਪਾਪਾਂ ਦੀ ਮਾਫੀ, ਛੁਟਕਾਰੇ ਦਾ ਮਤਲਬ ਪਾਪਾਂ ਦੀ ਮਾਫੀ ਹਾਸਲ ਹੋਈ। ਫਿਰ ਪਾਪ ਦੇ ਵਿੱਚ ਰਹਿਣ, ਪਾਪ ਦੇ ਵਿੱਚ ਚੱਲਣ ਦੇ ਲਈ, ਪਾਪ ਦੇ ਵਿੱਚ ਜਨਮ ਲੈਣ ਦੇ ਕਾਰਨ ਜੋ ਸਾਡੀ ਮਜ਼ਦੂਰੀ ਸੀ, ਜੋ ਸਾਨੂੰ ਸਜ਼ਾ ਮਿਲਣੀ ਚਾਹੀਦੀ, ਉਸ ਸਭ ਤੋਂ ਵੀ ਪ੍ਰਭੂ ਨੇ ਕੀ ਕਰ ਦਿੱਤਾ? ਸਾਨੂੰ ਆਜ਼ਾਦ ਕਰ ਦਿੱਤਾ, ਛੁਟਕਾਰਾ ਦੇ ਦਿੱਤਾ। ਮੇਰੇ ਜੀਜ਼ੋ, ਉਸ ਤੋਂ ਬਾਅਦ ਅਫਸੀਆਂ 2 ਅਧਿਆਏ 11 ਤੋਂ 13 ਆਇਤ ਪੜ੍ਹੀਏ। ਅਫਸੀਆਂ 2 ਅਧਿਆਏ 11 ਤੋਂ 13। ਅਫਸੀਆਂ 2 11 ਤੋਂ 13। ਅੱਗੇ ਤੁਸੀਂ ਸਰੀਰ ਦੇ ਸੰਬੰਧ ਕਰਕੇ ਪਰਾਈਆਂ ਕੌਮਾਂ ਸੀ। ਪਰਾਈਆਂ ਕੌਮਾਂ ਕਿਉਂ ਅੱਛੇ ਆਖਿਆ ਗਿਆ? ਜਿਹੜੇ ਯਹੂਦੀ ਨਹੀਂ ਸੀ, ਗੈਰ ਯਹੂਦੀਆਂ ਨੂੰ ਅੰਨ੍ਯ ਜਾਤੀ ਆਖਿਆ ਗਿਆ। ਲੇਕਿਨ ਮਸੀਹ ਦੇ ਵਿੱਚ ਆ ਕੇ ਹੁਣ ਅਸੀਂ ਇੱਕ ਬਣ ਗਏ ਹਾਂ। ਹੁਣ ਨਾ ਵਚਨ 'ਚ ਲਿਖਿਆ ਨਾ ਯਹੂਦੀ ਨਾ ਯੂਨਾਨੀ, ਅਸੀਂ ਸਾਰੇ ਕੀ ਹਾਂ? ਇੱਕ ਹਾਂ। ਹੁਣ ਪਰਮੇਸ਼ਰ ਸਾਨੂੰ ਇੱਕ ਦੇਹ ਦੇ ਰੂਪ ਵਿੱਚ ਵੇਖਦਾ, ਚਾਹੇ ਕਿਸੇ ਵੀ ਜਾਤੀ ਦੇ, ਕਿਸੇ ਵੀ ਧਰਮ ਦੇ, ਕਿਸੇ ਵੀ ਦੇਸ਼ ਦੇ, ਕੋਈ ਵੀ ਬੋਲੀ ਬੋਲਣ ਵਾਲੇ ਆ। ਪਰਮੇਸ਼ਰ ਸਾਨੂੰ ਕੀ ਦੇਖਦਾ? ਇੱਕ ਦੇਖਦਾ ਹੈ। ਅੱਗੇ ਉਹਨਾਂ ਤੋਂ ਬਿਨਾਂ ਜਿਨ੍ਹਾਂ ਦੀ ਸੁੰਨਤ ਸਰੀਰ ਵਿੱਚ ਹੱਥਾਂ ਨਾਲ ਕੀਤੀ ਹੋਈ ਹੈ, ਉਹ ਸੁੰਨਤੀ ਕਹਾਉਂਦੇ ਨੇ। ਨਾਲੇ ਤੁਸੀਂ ਉਸ ਸਮੇਂ ਮਸੀਹ ਤੋਂ ਅੱਡ, ਮਸੀਹ ਤੋਂ ਅਲੱਗ ਸੀ। ਅਸੀਂ ਮਸੀਹ 'ਚ ਆਉਣ ਤੋਂ ਪਹਿਲਾਂ ਅਸੀਂ ਮਸੀਹ ਤੋਂ ਕੀ ਸੀ? ਅਲੱਗ ਸੀ। ਅੱਗੇ इज़राइल की प्रजा के पद से अलग किए हुए। इज़राइलियां ਨੂੰ ਜੋ ਅਹੁਦੇ ਮਿਲੇ ਸੀ ਉਸ ਤੋਂ ਅਸੀਂ ਦੂਰ ਸੀ। इज़राइलियों की प्रजा के पद से अलग किए गए। इज़राइलियों ਦੇ ਲਈ ਪਰਮੇਸ਼ਰ ਕਹਿੰਦਾ ਮੇਰੀ ਚੁਣੀ ਹੋਈ ਕੌਮ ਨਾ, ਪਰਮੇਸ਼ਰ ਦੇ ਚੁਣੇ ਹੋਏ ਸੀ। ਅੱਗੇ और प्रतिज्ञा की वाचाओं के भागी ना थे। पंजाबी पढ़ो यही नहीं, वचन दे नेमां तो बाहर, ਜਿਹੜੇ वचन परमेश्वर ने ਦਿੱਤੇ ਨੇ ਉਹਨਾਂ ਤੋਂ ਅਸੀਂ ਬਾਹਰ ਸੀ। ਉਹ ਵਾਅਦਿਆਂ ਤੋਂ ਬਾਹਰ ਸੀ, ਉਹ ਪ੍ਰਤਿਗਿਆਵਾਂ ਤੋਂ ਬਾਹਰ ਸੀ, ਉਹਨਾਂ ਵਾਚਾਵਾਂ ਤੋਂ ਅਸੀਂ ਬਾਹਰ ਸੀ, ਭਾਗੀ ਨਹੀਂ ਸੀ, ਹਿੱਸੇਦਾਰ ਨਹੀਂ ਸੀ। और आशाहीन और जगत में ईश्वर रहित थे। प्रभु चाहण तो पहला, यीशु ਨੂੰ ग्रहण ਕਰਨ ਤੋਂ ਪਹਿਲਾਂ ਸਾਡੇ ਅੰਦਰ ਕੋਈ ਆਸ ਨਹੀਂ ਸੀ। ਆਸ਼ਾਹੀਨ, ਕੋਈ ਆਸ ਨਹੀਂ ਸੀ। ਅੱਜ ਦੁਨੀਆ ਦੇ ਕੋਲ ਵੀ ਕੋਈ ਆਸ ਨਹੀਂ ਹੈ। ਕਾਰਡ ਜਦੋਂ ਆਉਂਦਾ ਹੈ ਤਾਂ ਕਾਰਡ ਤੇ ਕੀ ਲਿਖਿਆ ਹੁੰਦਾ ਹੈ? ਸੁਰਗਵਾਸ ਹੋ ਗਏ। ਹਾਂਜੀ, ਫਿਰ ਨਾਲ ਦੀ ਨਾਲ ਬਹਿ ਕੇ ਗੱਲਬਾਤ ਕਰੋ ਤਾਂ ਕਹਿੰਦੇ ਪਤਾ ਨਹੀਂ ਜੀ ਕਿਹੜੀ ਜੂਨ 'ਚ ਗਏ ਹੋਣੇ। ਪੰਡਤਾਂ ਵੀ ਪੁੱਛਦੇ ਵੀ, ਕਈ ਪੁੱਛਦੇ ਵੀ ਦੱਸੋ ਜੀ ਕਿਹੜੀ ਜੂਨ 'ਚ ਗਏ ਹੋਣੇ। ਇੱਕ ਪਾਸੇ ਲੱਗਦਾ ਸੁਰਗ 'ਚ ਵਾਸ ਹੋ ਗਏ। ਜੇ ਸੁਰਗ 'ਚ ਵਾਸ ਹੋ ਗਿਆ, ਸੁਰਗ 'ਚ ਚਲੇ ਗਏ, ਫਿਰ ਜੂਨ ਦਾ ਤਾਂ ਕੋਈ ਸਵਾਲ ਹੀ ਨਹੀਂ। ਇੱਕ ਪਾਸੇ ਵਿਸ਼ਵਾਸ ਕਰਦਾ ਸੁਰਗ 'ਚ ਚਲੇ ਗਏ, ਦੂਜੇ ਪਾਸੇ ਵਿਸ਼ਵਾਸ ਕਰਦੇ हैं ਕਿ ਪਤਾ ਨਹੀਂ ਕਿਹੜੀ ਜੂਨ 'ਚ ਚਲੇ ਗਏ ਜੀ, ਪਤਾ ਨਹੀਂ ਕਦੋਂ ਫਿਰ ਇਨਸਾਨ ਬਣਨਾ ਹੈ। ਹੋਰ ਬਹੁਤ ਸਾਰੀਆਂ ਗੱਲਾਂ। ਆਸ ਨਹੀਂ, ਕੋਈ ਆਸ ਨਹੀਂ।
ਮੇਰੇ ਜੀਜ਼ੋ, ਤੁਹਾਡੇ ਤੇ ਮੇਰੇ ਕੋਲ ਜਿਹੜੀ ਹੈ ਇੱਕ ਆਸ ਹੈ। ਪਹਿਲਾ ਪਤਰਸ 1:3 ਪੜ੍ਹੋ। ਪਹਿਲਾ ਪਤਰਸ 1:3। ਪਹਿਲਾ ਪਤਰਸ 1:3। ਮੁਬਾਰਕ ਹੈ ਸਾਡੇ ਪ੍ਰਭੂ ਯਿਸੂ ਦਾ ਪਰਮੇਸ਼ਵਰ ਅਤੇ ਪਿਤਾ, ਜਿਹਨੂੰ ਅਤ ਦਇਆ ਦੇ ਅਨੁਸਾਰ ਯਿਸੂ ਦੇ ਮੁਰਦਿਆਂ ਵਿੱਚ ਜੀ ਉੱਠਣ ਦੇ ਦੁਆਰਾ ਸਾਨੂੰ ਜਿਉਂਦੀ ਆਸ ਲਈ ਨਵੇਂ ਸਿਰਿਓਂ ਜਨਮ ਦਿੱਤਾ ਹੈ। ਤੁਸੀਂ ਤੇ ਮੈਂ ਜਿਨ੍ਹਾਂ ਨੇ ਨਵਾਂ ਜਨਮ ਪਾਇਆ। ਨਵਾਂ ਜਨਮ ਕਿਵੇਂ ਪਾਉਂਦੇ ਹਾਂ ਅਸੀਂ? ਇਹ ਆਤਮਾ ਦਾ ਜਨਮ ਹੈ। ਜਦੋਂ ਅਸੀਂ ਆਪਣੇ ਪਾਪਾਂ ਤੋਂ ਤੋਬਾ ਕਰਦੇ ਹਾਂ, ਯਿਸੂ ਨੂੰ ਆਪਣੀ ਜ਼ਿੰਦਗੀ ਦਾ ਮੁਕਤੀਦਾਤਾ ਪ੍ਰਭੂ ਬਣਾ ਲੈਂਦੇ ਹਾਂ, ਉਸ 'ਤੇ ਵਿਸ਼ਵਾਸ ਕਰਦੇ ਹਾਂ ਕਿ ਪ੍ਰਭੂ ਯਿਸੂ, ਤੂੰ ਮੇਰੇ ਪਾਪਾਂ ਦੀ ਸਜ਼ਾ ਆਪਣੇ ਉੱਤੇ ਚੁੱਕ ਲਈ, ਤੂੰ ਮੇਰੇ ਲਈ ਮਰ ਗਿਆ, ਤੂੰ ਜ਼ਿੰਦਾ ਹੋ ਗਿਆ, ਤੂੰ ਮੁਰਦਿਆਂ ਵਿੱਚੋਂ ਜੀ ਉੱਠਿਆ, ਤੂੰ ਪਿਤਾ ਦੇ ਸੱਜੇ ਹੱਥ ਬੈਠੇ ਸਵਰਗ ਦੇ ਵਿੱਚ, ਤੂੰ ਮੇਰਾ ਪ੍ਰਭੂ ਬਣ ਜਾ। ਜਦੋਂ ਅਸੀਂ ਉਸ ਨੂੰ ਆਪਣੀ ਜ਼ਿੰਦਗੀ ਦਾ ਪ੍ਰਭੂ ਬਣਾਉਂਦੇ ਹਾਂ, ਉਸ 'ਤੇ ਵਿਸ਼ਵਾਸ ਕਰਦੇ ਹਾਂ, ਸਾਡਾ ਨਵਾਂ ਜਨਮ ਹੋ ਜਾਂਦਾ ਹੈ। ਆਤਮਾ ਦੇ ਵਿੱਚ ਜਨਮ ਹੋ ਜਾਂਦਾ ਹੈ। ਆਤਮਾ ਦੇ ਦੁਆਰਾ ਅਸੀਂ ਪੈਦਾ ਹੋ ਜਾਂਦੇ ਹਾਂ। ਸੋ ਕਹਿੰਦੇ ਨਵਾਂ ਜਨਮ ਪਾਇਆ ਕਾਹਦੇ ਲਈ? ਜਿਉਂਦੀ ਆਸ ਦੇ ਲਈ। ਕਾਹਦੇ ਲਈ ਜੀ? ਕਾਹਦੇ ਲਈ ਜੀ? ਕਾਹਦੇ ਲਈ? ਮੇਰੇ ਜੀਜ਼ੋ, ਪਹਿਲਾਂ ਅਸੀਂ ਆਸ ਤੋਂ ਖਾਲੀ ਸੀ, ਆਸ ਤੋਂ ਬਿਨਾਂ ਸੀ। ਮਰਨ ਤੋਂ ਬਾਅਦ ਕਿੱਥੇ ਜਾਵਾਂਗੇ, ਕੀ ਸਾਡਾ ਹੋਊਗਾ, ਕੋਈ ਆਸ ਨਹੀਂ ਸੀ। ਹੁਣ ਸਾਡੇ ਕੋਲ ਕੀ ਹੈ? ਜਿਉਂਦੀ ਆਸ ਹੈ। ਜਿਉਂਦੀ ਆਸ ਕਿਉਂ ਹੈ? ਕਿਉਂਕਿ ਪਰਮੇਸ਼ਰ ਦੇ ਵਚਨ ਦੇ ਉੱਤੇ ਆਧਾਰਿਤ ਹੈ। ਪਰਮੇਸ਼ਰ ਦਾ ਵਚਨ ਜਿਉਂਦਾ ਹੈ। ਪਰਮੇਸ਼ਰ ਨੇ ਆਪਣੇ ਵਚਨ ਦੇ ਦੁਆਰਾ ਇਹ ਆਸ ਦਿੱਤੀ ਹੈ। ਕੋਈ ਦੱਸੇਗਾ ਇਹ ਆਸ ਕੀ ਹੈ? ਸ਼ਾਬਾਸ਼। ਇਹ ਆਸ ਕੀ ਹੈ? ਉੱਚੀ ਬੋਲੋ, ਸ਼ਾਬਾਸ਼, ਉੱਚੀ। ਹਾਂਜੀ, ਉੱਚੀ ਬੋਲ। ਗਲਤ ਵੀ ਬੋਲ ਦੋ ਤਾਂ ਵੀ ਕੋਈ ਗੱਲ ਨਹੀਂ, ਬੋਲੋ। ਹਾਂਜੀ, ਕੀ ਆਸ ਹੈ? ਪ੍ਰਭੂ ਦੁਬਾਰਾ ਆ ਰਿਹਾ ਹੈ। ਪ੍ਰਭੂ ਦੁਬਾਰਾ ਆ ਰਿਹਾ ਹੈ, ਸਾਨੂੰ ਆਪਣੇ ਨਾਲ ਲੈ ਕੇ ਜਾਵੇਗਾ। ਜੇ ਅਸੀਂ ਕਬਰ 'ਚ ਹੋਵਾਂਗੇ, ਜਿਹੜੇ ਉਸ ਸਮੇਂ ਜਿਉਂਦੇ ਹੋਣਗੇ ਉਹਨਾਂ ਤੋਂ ਪਹਿਲਾਂ ਜੀ ਉੱਠਾਂਗੇ। ਤੇ ਜੇ ਇਸ ਸਰੀਰ 'ਚ ਹੋਵਾਂਗੇ ਤਾਂ ਅਸੀਂ ਉਠਾਏ ਜਾਵਾਂਗੇ, ਬਦਲ ਜਾਵਾਂਗੇ, ਸਦਾ ਪ੍ਰਭੂ ਦੇ ਨਾਲ ਰਵਾਂਗੇ। ਇਹ ਹੈ ਜਿਉਂਦੀ ਆਸ। ਆਪਣਾ ਮਨ ਸਿਰਫ ਧਰਤੀ ਤੇ ਨਾ ਲਗਾਈ ਰੱਖੀਏ, ਸੁਰਗੀ ਚੀਜ਼ਾਂ ਦੀ ਖੋਜ ਵਿੱਚ ਰਹੋ। ਪਰਮੇਸ਼ਰ ਧਰਤੀ ਦੀ ਬਰਕਤਾਂ ਦੇਣਾ ਚਾਹੁੰਦਾ ਹੈ, ਲੇਕਿਨ ਇਹੀ ਨਹੀਂ ਕਿ ਉਹਨਾਂ ਤੇ ਸਾਡਾ ਮਨ ਲੱਗਿਆ ਰਹੇ। ਉਹ ਇਸ ਲਈ ਦੇਣਾ ਚਾਹੁੰਦਾ ਹੈ ਤਾਂ ਕਿ ਅਸੀਂ ਆਪਣੀ ਜ਼ਿੰਦਗੀ ਦੇ ਦੁਆਰਾ ਉਹਦੀ ਮਹਿਮਾ ਕਰੀਏ, ਉਹਦੀ ਵਡਿਆਈ ਕਰੀਏ, ਉਹਦੇ ਰਾਜ ਨੂੰ ਵਧਾਈਏ। ਉਹ ਸਾਡੀਆਂ ਲੋੜਾਂ, ਸਾਡੇ ਪਰਿਵਾਰ ਦੀਆਂ ਲੋੜਾਂ, ਸਾਡੀ ਸੇਵਾ ਦੀਆਂ ਲੋੜਾਂ, ਦੂਜੇ ਦੇ ਲਈ ਸਹਾਇਤਾ ਕਰਨ ਦੇ ਲਈ ਸਾਡੀਆਂ ਲੋੜਾਂ ਨੂੰ ਪੂਰੀਆਂ ਕਰਨਾ ਚਾਹੁੰਦਾ ਹੈ। ਮੇਰੇ ਜੀਜ਼ੋ, ਹੁਣ ਅਸੀਂ ਪਹਿਲਾ ਥੈਸਲੋਨੀਕੀਆਂ 4 ਅਧਿਆਇ, ਪਹਿਲਾ ਥੈਸਲੋਨੀਕੀਆਂ 4 ਅਧਿਆਇ 13 ਤੋਂ पढ़ांगे 13 तो 18। पहला कुरिन्थियों 4 13 तो 18। हे भाइयों, हम नहीं चाहते कि तुम उनके विषय में जो सोते हैं अज्ञानी रहो। ਜਿਹੜੇ ਸੌਂ ਗਏ ਨੇ, ਜਿਹੜੇ ਸਰੀਰ ਨੂੰ ਛੱਡ ਕੇ ਚਲੇ ਗਏ ਨੇ, ਉਹਨਾਂ ਦੇ ਵਿਖੇ ਕਹਿੰਦਾ ਤੁਸੀਂ ਅਗਿਆਨੀ ਨਾ ਰਹੋ, ਗਿਆਨ ਰੱਖੋ, ਤੁਹਾਨੂੰ ਜਾਣਕਾਰੀ ਹੋਣੀ ਚਾਹੀਦੀ है। ऐसा ना हो कि तुम दूसरों के समान शोक करो। ਦੂਜਿਆਂ ਦੀ ਤਰ੍ਹਾਂ ਸ਼ੋਕ ਨਾ ਕਰੋ। ਹਾਂ, ਸ਼ੋਕ ਹੁੰਦਾ ਜਦੋਂ ਸਾਡਾ ਕੋਈ ਅਜ਼ੀਜ਼ ਪਰਿਵਾਰ ਦਾ ਮੈਂਬਰ ਸਰੀਰਕ ਤੌਰ 'ਤੇ ਅਲੱਗ ਹੋ ਜਾਂਦਾ ਹੈ, ਸਾਨੂੰ ਦੁੱਖ ਹੁੰਦਾ ਹੈ, ਲੇਕਿਨ ਕਹਿੰਦਾ ਉਹਨਾਂ ਵਾਂਗਰ ਸ਼ੋਕ ਨਾ ਕਰੋ ਜਿਹਨੇ ਆਸ਼ਾ ਨਹੀਂ, ਜਿਨ੍ਹਾਂ ਨੂੰ ਕੋਈ ਆਸ ਨਹੀਂ। ਸਾਨੂੰ ਆਸ ਹੈ ਕਿ ਜਿਹੜੇ ਸਾਡੇ ਅਜ਼ੀਜ਼ ਪ੍ਰਭੂ 'ਤੇ ਵਿਸ਼ਵਾਸ ਰੱਖ ਕੇ ਗਏ ਨੇ, ਅਸੀਂ ਉਹਨਾਂ ਨੂੰ ਮਿਲਾਂਗੇ। क्योंकि यदि हम विश्वास करते हैं
कि यीशु मरा और जी भी उठा, तो वैसे ही परमेश्वर उन्हें भी जो यीशु में सो गए हैं उसी के साथ ले आएगा। ਜਿਹੜੇ ਯीशु 'ਚ ਸੋ ਗਏ ਨੇ, परमेश्वर ਉਹਨਾਂ ਨੂੰ भी ले आएगा, कब्रों के विचों जिंदा करेगा। क्योंकि हम प्रभु के वचन के अनुसार तुमसे ये कहते हैं कि हम जो जीवित हैं और प्रभु के आने तक बचे रहेंगे, सोए हों से कभी आगे ना बढ़ेंगे। ਅਸੀਂ ਜਿਹੜੇ ਜਿਉਂਦੇ ਹੋਵਾਂਗੇ ਸਰੀਰ 'ਚ, ਜਿਹੜੇ ਸੌਂ ਗਏ ਨੇ ਉਹਨਾਂ ਤੋਂ ਅੱਗੇ ਨਹੀਂ ਵਧਾਂਗੇ, ਉਹ ਸਾਡੇ ਤੋਂ ਅੱਗੇ ਹੋਣਗੇ, ਉਹ ਸਾਡੇ ਤੋਂ ਪਹਿਲਾਂ ਪ੍ਰਭੂ ਨੂੰ ਮਿਲਣਗੇ, ਜੀ ਉੱਠਣਗੇ। क्योंकि प्रभु आप ही स्वर्ग से उतरेगा। प्रभु हुण कोई स्वर्गदूत नहीं भेजेगा, प्रभु हुण कोई से नबी नूं नहीं भेजेगा, रसूल नूं नहीं भेजेगा, किसी विश्वासी नूं नहीं भेजेगा। प्रभु आप ही स्वर्ग से उतरेगा। उस समय ललकार और प्रधान दूत का शब्द सुनाई देगा। ललकार होएगी, स्वर्गदूत जो तुर्री बजाएगा, ललकार होएगी और प्रधान दूत का शब्द सुनाई देगा। प्रधान दूत, दूतां दा जिहड़ा प्रधान है उहदा शब्द सुनाई देवेगा। और परमेश्वर की तुर्री फूकी जाएगी, परमेश्वर की तुर्री बजाई जाएगी। और जो मसीह में मरे हैं वे पहले जी उठेंगे। जिहड़े मसीह च मरे ने पहला जी उठणगे। तब हम जो जीवित और बचे रहेंगे उनके साथ बादलों पर उठा लिए जाएंगे। उन्हां दे नाल बदलां दे नाल असीं बदलां दे विच की हो जावांगे जी, उठाए जावांगे। बदलां दे विच, उच्ची बोलिया करो, उच्ची बोलो। बदलां दे विच असीं उठाए जावांगे, बदलां दे विच असीं, बदलां दे विच असीं उठाए जावांगे। उसके साथ यीशु दे नाल बदलां ते उठाए जावांगे कि हवा में प्रभु से मिले। हवा दे विच असीं प्रभु नूं मिलांगे और इस रीति से हम सदा प्रभु के साथ रहेंगे। इस तरह कहता असीं सदा प्रभु दे नाल रवांगे। सदा किदे नाल रवांगे जी? सदा किदे नाल रवांगे? सदा किदे नाल रवांगे? कौन आने वाला है? प्रभु यीशु दोबारा आने वाला है। ਜਿਹੜੇ ਕਬਰਾਂ 'ਚ ਹੋਣਗੇ ਉਹ ਪਹਿਲਾਂ ਜੀ ਉੱਠਣਗੇ। ਜਿਹੜੇ ਉਹ ਸਰੀਰ ਦੇ ਵਿੱਚ ਹੋਣਗੇ ਉਹ ਨਵਾਂ ਸਰੀਰ ਹਾਸਲ ਕਰਕੇ, ਮਹਿਮਾ ਦਾ ਸਰੀਰ ਹਾਸਲ ਕਰਕੇ ਪ੍ਰਭੂ ਨੂੰ ਮਿਲਣਗੇ। ਹਵਾ ਦੇ ਵਿੱਚ ਪ੍ਰਭੂ ਨੂੰ ਮਿਲਣਗੇ ਤੇ ਸਦਾ ਪ੍ਰਭੂ ਦੇ ਨਾਲ ਰਹਿਣਗੇ। ਕਿੰਨੀ ਦੇਰ ਰਹਿਣਗੇ ਜੀ? ਕਿੰਨੇ ਸਾਲ ਰਹਿਣਗੇ? ਕਿੰਨੇ ਦਿਨ ਰਹਿਣਗੇ? ਕਿੰਨੇ ਘੰਟੇ ਰਹਿਣਗੇ? ਕਿੰਨੇ ਮਿੰਟ ਰਹਿਣਗੇ? ਸਦਾ। ਸਦਾ ਦਾ ਮਤਲਬ ਹੈ ਸਦੀਪਕ ਕਾਲ ਦੇ ਲਈ। ਸੋ ਇਹ ਸਾਡੀ ਜਿਉਂਦੀ ਆਸ ਹੈ, ਜਿਹਦੇ ਲਈ ਅਸੀਂ ਪਤਰਸ 'ਚ ਪੜ੍ਹਿਆ ਕਿ ਪਰਮੇਸ਼ਰ ਨੇ ਸਾਨੂੰ ਉਸ ਜਿਉਂਦੀ ਆਸ ਦੇ ਲਈ ਨਵਾਂ ਜਨਮ ਦਿੱਤਾ ਹੈ। ਕੀ ਦਿੱਤਾ ਜੀ? ਨਵਾਂ ਜਨਮ। ਐਵੇਂ ਨਾ ਰੋਈ ਜਾਇਆ ਕਰੀ, ਮੈਨੂੰ ਇਹ ਨਹੀਂ ਮਿਲਿਆ, ਮੈਨੂੰ ਉਹ ਨਹੀਂ ਮਿਲਿਆ, ਮੇਰੇ ਲਈ ਇਹ ਨਹੀਂ ਹੋਇਆ, ਉਹ ਨਹੀਂ ਹੋਇਆ। ਰੋਣਾ ਛੱਡ ਦਈਏ। ਉਹਦੇ ਕੋਲ ਸਾਡੇ ਲਈ ਸਦਾ ਦੀ ਜ਼ਿੰਦਗੀ, ਸਦਾ ਦੇ ਲਈ ਅਸੀਂ ਉਹਦੇ ਨਾਲ ਰਵਾਂਗੇ। ਸਦਾ ਦੇ ਲਈ ਅਸੀਂ ਯਿਸੂ ਦੇ ਨਾਲ ਰਵਾਂਗੇ। ਇਹ ਜਿਉਂਦੀ ਆਸ ਹੈ। ਪਹਿਲਾਂ ਅਸੀਂ ਆਸ ਤੋਂ ਬਿਨਾਂ ਸੀ, ਆਸ ਤੋਂ ਅਸੀਂ ਬਿਨਾਂ ਸੀ, ਆਸ ਤੋਂ ਖਾਲੀ ਸੀ। ਮੇਰੇ ਅਜ਼ੀਜ਼ੋ, ਸਮਾਂ ਖਤਮ ਹੋ ਗਿਆ। ਅਸੀਂ ਆਖਰ ਦੇ ਵਿੱਚ ਵਿਵਸਥਾ ਸਾਰ 28 ਅਧਿਆਏ ਉਹਦੀ 15 ਤੋਂ 28 ਪੜ੍ਹਾਂਗੇ ਨਹੀਂ, ਨੋਟ ਕਰ ਲਓ। ਵਿਵਸਥਾ ਸਾਰ 28 ਅਧਿਆਏ 15 ਤੋਂ 68। ਇੱਥੇ ਸ਼ਰਾਪਾਂ ਦੇ ਬਾਰੇ ਲਿਖਿਆ। ਸ਼ਰਾਪ ਅਗਰ 1 ਤੋਂ 14 ਤੱਕ ਪੜ੍ਹੋ ਤਾਂ ਉੱਥੇ ਆਸ਼ੀਸ਼ ਦੇ ਬਾਰੇ ਹੈ। ਵਚਨ ਨੂੰ ਮੰਨਣ ਦੇ ਦੁਆਰਾ ਪਰਮੇਸ਼ਰ ਕਹਿੰਦਾ ਇਹ ਆਸ਼ੀਸ਼ਾਂ ਮਿਲਣਗੀਆਂ। ਵਚਨ ਦੇ ਵਿੱਚ ਬਣੇ ਨਾ ਰਹਿਣ ਕਰਕੇ ਇਹ ਸ਼ਰਾਪ ਤੁਹਾਡੇ ਤੇ ਆਉਣਗੇ। ਇੱਕ ਗੱਲ ਧਿਆਨ ਦੇਣ ਦੀ ਲੋੜ ਹੈ ਕਿ ਪਰਮੇਸ਼ਰ ਸ਼ਰਾਪ ਨਹੀਂ ਭੇਜਦਾ। ਉਹ ਕਹਿੰਦਾ ਮੈਂ ਤੁਹਾਡੇ ਤੇ ਸਾਹਮਣੇ ਚੋਣ ਰੱਖ ਦਿੱਤੀ ਹੈ, ਜ਼ਿੰਦਗੀ ਤੇ ਮੌਤ ਤੁਹਾਡੇ ਸਾਹਮਣੇ ਰੱਖੀ ਹੈ। ਨਾਲ ਕਹਿੰਦੇ ਜ਼ਿੰਦਗੀ ਨੂੰ ਚੁਣ ਲਓ। ਆਸ਼ੀਸ਼ ਤੇ ਸ਼ਰਾਪ ਰੱਖੇ ਨੇ। ਚੋਣ ਸਾਡੇ ਹੱਥ 'ਚ ਹੈ, ਚੋਣ ਸਾਡੇ ਹੱਥ 'ਚ ਹੈ। ਆਸ਼ੀਸ਼
ਤੇ ਸ਼ਰਾਬ ਦੀ ਕੁੰਜੀ ਪਰਮੇਸ਼ਰ ਨੇ ਸਾਡੇ ਹੱਥ ਵਿੱਚ ਦਿੱਤੀ ਹੈ। ਜੇ ਕਹਿੰਦਾ ਵਚਨ 'ਚ ਬਣੇ ਰਹੋਗੇ, ਇਹ ਆਸ਼ੀਸ਼ਾਂ ਤੁਹਾਡੇ ਤੇ ਆਉਣਗੀਆਂ। ਜੇ ਵਚਨ ਦੇ ਵਿੱਚ ਬਣੇ ਨਹੀਂ ਰਹੋਗੇ, ਤੋੜੋਗੇ, ਤਾਂ ਇਹ ਸ਼ਰਾਪ ਤੁਹਾਡੇ ਤੇ ਆਉਣਗੇ। ਪਰਮੇਸ਼ਰ ਸ਼ਰਾਪ ਨਹੀਂ ਭੇਜਦਾ। ਪਰਮੇਸ਼ਰ ਸ਼ਰਾਪ ਨਹੀਂ ਭੇਜਦਾ। ਜੇ ਸ਼ਰਾਪ ਅਸੀਂ ਹਾਂ ਕਿਸੇ ਵੀ ਤਰ੍ਹਾਂ ਦੇ, ਸਮਾਂ ਨਹੀਂ ਹੈ ਅਸੀਂ ਸ਼ਰਾਪ ਦੇ ਬਾਰੇ ਦੇਖੀਏ। ਇਹ ਸ਼ਰਾਪ, ਪਹਿਲੀ ਗੱਲ ਤਾਂ ਸਦਾ ਦੀ ਮੌਤ ਇਹ ਸ਼ਰਾਪ ਹੈ। ਸਦਾ ਦੀ ਮੌਤ ਸ਼ਰਾਪ ਹੈ, ਸ਼ਰਾਪ ਹੈ। ਔਰ ਪ੍ਰਕਾਸ਼ ਦੀ ਪੁਸਤਕ 'ਚ ਲਿਖਿਆ ਹੈ ਦੂਜੀ ਮੌਤ। ਉਹ ਦੂਜੀ ਮੌਤ ਕੀ ਹੈ? ਅੱਗ ਦੀ, ਗੰਧਕ ਤੇ ਅੱਗ ਦੀ ਝੀਲ ਦੇ ਵਿੱਚ ਸਦਾ ਦੇ ਲਈ ਸਿੱਟੇ ਜਾਣਾ, ਇਹ ਦੂਜੀ ਮੌਤ ਹੈ। ਪਹਿਲੀ ਮੌਤ ਦੇ ਦੋ ਹਿੱਸੇ ਨੇ, ਆਤਮਿਕ ਮੌਤ ਤੇ ਸਰੀਰਕ ਮੌਤ। ਧੰਨਵਾਦ, ਪ੍ਰਭੂ ਸਾਨੂੰ ਹਰ ਤਰ੍ਹਾਂ ਦੀ ਮੌਤ ਤੋਂ ਆਜ਼ਾਦ ਕਰਦਾ ਹੈ। ਯਿਸੂ ਨੇ ਕੀ ਆਖਿਆ? ਜਿਹੜਾ ਮੇਰੇ ਤੇ ਨੇਚਾ ਕਰਦਾ, ਜੇ ਉਹ ਮਰ ਵੀ ਜਾਵੇ ਤਾਂ ਵੀ ਜੀਏਗਾ। ਸੋ ਪਹਿਲਾ ਸ਼ਰਾਪ ਸਦੀਪਕ ਮੌਤ ਹੈ। ਉਸ ਤੋਂ ਪ੍ਰਭੂ ਨੇ ਸਾਨੂੰ ਛੁਟਕਾਰਾ ਦੇ ਦਿੱਤਾ। ਪਰਮੇਸ਼ਰ ਨੇ ਜਗਤ ਨੂੰ ਜਿਹਾ ਪਿਆਰ ਕੀਤਾ ਕਿ ਉਸਨੇ ਆਪਣਾ ਇਕਲੌਤਾ ਪੁੱਤਰ ਦੇ ਦਿੱਤਾ, ਤਾਂ ਕਿ ਹਰੇਕ ਜਿਹੜਾ ਉਹਦੇ ਤੇ ਨੇਚਾ ਕਰੇ ਨਾਸ਼ ਨਾ ਹੋਵੇ, ਪਰ ਕੀ ਪਾਵੇ? ਸਦਾ ਦੀ ਜ਼ਿੰਦਗੀ ਪਾਵੇ। ਸਦਾ ਰਹਿਣ ਵਾਲੀ ਜ਼ਿੰਦਗੀ, ਕਦੇ ਖਤਮ ਨਾ ਹੋਣ ਵਾਲੀ ਜ਼ਿੰਦਗੀ ਪਾਵੇ। ਸੋ ਇਹਦੇ ਨਾਲ ਨਾਲ ਬਿਮਾਰੀ ਦੇ ਸ਼ਰਾਪ ਤੋਂ ਪ੍ਰਭੂ ਨੇ ਸਾਨੂੰ ਛੁਟਕਾਰਾ ਦਿੱਤਾ। ਇਹਦੇ ਨਾਲ ਨਾਲ ਹਾਰ ਦੀ ਸ਼ਰਾਪ ਤੋਂ ਪ੍ਰਭੂ ਨੇ ਸਾਨੂੰ ਛੁਟਕਾਰਾ ਦਿੱਤਾ। ਇਹਦੇ ਨਾਲ ਨਾਲ ਪ੍ਰਭੂ ਕਰਜ਼ੇ ਦੇ ਸ਼ਰਾਪ ਤੋਂ ਸਾਨੂੰ ਛੁਟਕਾਰਾ ਦਿੰਦਾ ਹੈ, ਔਰ ਲੋੜਾਂ ਨੂੰ ਪੂਰੀਆਂ ਕਰਨ ਦੀ ਆਸ਼ੀਸ਼ ਦਿੰਦਾ ਹੈ। ਮੇਰੇ ਜੀਜ਼ੋ, ਪਰਮੇਸ਼ਰ ਸਾਡੀਆਂ ਲੋੜਾਂ ਨੂੰ ਪੂਰੀਆਂ ਕਰਨਾ ਚਾਹੁੰਦਾ ਹੈ ਨਾ। ਉਹ ਲੋੜਾਂ ਪੂਰੀਆਂ ਜਿਹੜੀਆਂ ਨੇ ਉਹ ਸਾਡੇ ਆਸ਼ੀਸ਼ ਦੇ ਵਿੱਚ ਨੇ, ਸ਼ਰਾਪ ਦੇ ਵਿੱਚ ਨਹੀਂ। ਸੋ ਮੇਰੇ ਜੀਜ਼ੋ, ਗਲਾਤੀਆਂ 3 ਅਧਿਆਏ ਉਹਦੇ 10 'ਚ ਲਿਖਿਆ ਕਿ ਉਹਨੇ ਸਾਨੂੰ ਸ਼ਰਾਬ ਤੋਂ ਛੁਡਾ, ਕਿਹਦੇ ਤੋਂ ਛੁਡਾ ਲਿਆ? ਸ਼ਰਾਬ ਤੋਂ ਛੁਡਾ ਲਿਆ। ਯਿਸੂ ਨੇ ਤੁਹਾਨੂੰ ਤੇ ਮੈਨੂੰ ਸ਼ਰਾਬ ਤੋਂ ਛੁਡਾ ਲਿਆ। ਅਸੀਂ ਯਿਸੂ ਤੋਂ ਜਦੋਂ ਦੂਰ ਸੀ, ਸ਼ਰਾਬ ਦੇ ਅਧੀਨ ਸੀ, ਲੇਕਿਨ ਯਿਸੂ ਨੂੰ ਗ੍ਰਹਿਣ ਕਰਨ ਤੋਂ ਬਾਅਦ ਅਸੀਂ ਸ਼ਰਾਬ ਤੋਂ ਕੀ ਹੋ ਗਏ ਹਾਂ ਜੀ? ਛੁੱਟ ਗਏ ਹਾਂ। ਹੁਣ ਸਾਨੂੰ ਸ਼ਰਾਬ ਵਿੱਚ ਰਹਿਣ ਦੀ ਲੋੜ ਨਹੀਂ, ਬਲਕਿ ਜੋ ਸ਼ਰਾਬ ਦੇ ਵਿੱਚ ਨੇ ਉਹਨਾਂ ਕੋਲ ਜਾਈਏ, ਉਹਨਾਂ ਦੀ ਮਦਦ ਕਰੀਏ, ਉਹਨਾਂ ਨੂੰ ਦੱਸੀਏ ਕਿ ਯਿਸੂ ਨੇ ਸਾਡੇ ਸ਼ਰਾਬਾਂ ਨੂੰ ਆਪਣੇ ਉੱਤੇ ਚੁੱਕ ਲਿਆ। ਉਹਨੇ ਸਾਡੀ ਮੌਤ ਨੂੰ ਚੁੱਕ ਲਿਆ ਤਾਂ ਕਿ ਅਸੀਂ ਸਦਾ ਜ਼ਿੰਦਗੀ ਪਾਈਏ। ਉਹਨੇ ਸਾਡੇ ਰੋਗਾਂ ਨੂੰ ਚੁੱਕ ਲਿਆ ਤਾਂ ਕਿ ਇਸ ਰੋਗ ਬਿਮਾਰੀ ਤੋਂ ਛੁਟਕਾਰਾ ਪਾ ਕੇ ਜ਼ਿੰਦਗੀ 'ਚ ਚੱਲੀਏ। ਉਹ ਧਨੀ ਹੋ ਕੇ ਵੀ ਸਾਡੇ ਲਈ ਕੰਗਾਲ ਬਣ ਗਿਆ ਤਾਂ ਕਿ ਉਹਦੇ ਕੰਗਾਲ ਹੋ ਜਾਣ ਦੇ ਨਾਲ ਅਸੀਂ ਧਨੀ ਹੋ ਜਾਈਏ। ਹੁਣ ਸਾਨੂੰ ਕਰਜ਼ੇ ਦੇ ਵਿੱਚ, ਗਰੀਬੀ ਦੇ ਵਿੱਚ ਰਹਿਣ ਦੀ ਲੋੜ ਨਹੀਂ। ਅਸੀਂ ਉਸ ਤੋਂ ਉੱਪਰ ਉੱਠ ਕੇ ਅਜਿਹੀ ਜ਼ਿੰਦਗੀ 'ਚ ਚੱਲ ਸਕਦੇ ਹਾਂ ਜਿਹਦੇ ਵਿੱਚ ਅਸੀਂ ਪਰਮੇਸ਼ਰ ਦਾ ਧੰਨਵਾਦ, ਉਹਦੀ ਵਡਿਆਈ ਕਰਦੇ ਹੋਏ ਚੱਲੀਏ, ਦੂਜਿਆਂ ਦੇ ਲਈ ਬਰਕਤ ਬਣੀਏ। ਕਿਉਂ? ਕਿਉਂਕਿ ਅਸੀਂ ਸ਼ਰਾਬ ਦੇ ਕੀ ਹਾਂ? ਅਧੀਨ ਨਹੀਂ। ਅਸੀਂ ਸ਼ਰਾਬ ਦੇ ਅਧੀਨ ਨਹੀਂ ਹੈ। ਸੋ ਯਿਸੂ 'ਚ ਆਉਣ ਤੋਂ ਪਹਿਲਾਂ ਅਸੀਂ ਹਨੇਰੇ 'ਚ ਸੀ, ਹੁਣ ਚਾਨਣ 'ਚ ਹਾਂ। ਉਹਦੇ ਕੋਲ ਆਉਣ ਤੋਂ ਪਹਿਲਾਂ ਅਸੀਂ ਸ਼ੈਤਾਨ ਦੇ ਵਸ਼ ਸੀ, ਅਸੀਂ ਹੁਣ ਉਸ ਤੋਂ ਛੁਟਕਾਰਾ ਮਿਲ ਗਿਆ, ਪੁੱਤਰ ਦੇ ਰਾਜ ਵਿੱਚ ਹਾਂ। ਪੁੱਤਰ ਦੇ ਵਸ਼ ਵਿੱਚ ਆਪਣੀ ਜ਼ਿੰਦਗੀ ਨੂੰ ਦਿਓ, ਪੁੱਤਰ ਨੂੰ ਆਪਣੀ ਜ਼ਿੰਦਗੀ ਤੇ ਅਧਿਕਾਰ ਕਰ ਦਿਓ, ਪੁੱਤਰ ਨੂੰ, ਯਿਸੂ ਨੂੰ ਚਲਾਉਣ ਦਿਓ ਆਪਣੀ ਜ਼ਿੰਦਗੀ। ਫਿਰ ਜੋ ਵਾਅਦੇ ਕੀਤੇ ਸੀ ਉਹਨਾਂ ਦੇ ਅਸੀਂ ਹੱਕਦਾਰ ਨਹੀਂ ਸੀ, ਹੁਣ ਅਸੀਂ ਹੱਕਦਾਰ ਹਾਂ ਪਰਮੇਸ਼ਰ ਦੇ ਵਾਅਦੇ ਦੇ, ਪ੍ਰਤਿਗਿਆ ਦੇ। ਫਿਰ ਅਸੀਂ ਜਿਹੜਾ ਸ਼ਰਾਪ ਦੇ ਅਧੀਨ ਸੀ, ਧੰਨਵਾਦ, ਉਸਨੇ ਸਾਨੂੰ ਸ਼ਰਾਪ ਤੋਂ ਆਜ਼ਾਦ ਕੀਤਾ। ਹੁਣ ਉਹਦੇ ਵਿੱਚ ਬਣੇ ਰਹੀਏ, ਚੱਲਦੇ ਰਹੀਏ ਤੇ ਦੂਜਿਆਂ ਦੀ ਸਹਾਇਤਾ ਕਰੀਏ, ਦੂਜਿਆਂ ਦੀ ਸਹਾਇਤਾ ਕਰੀਏ।